पंजाब करां की सिफ्त तेरी है, पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है, तू कुर्बानी दा बानी है। हरे औकड़ पिया परावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है, कोई कतदी है, कोई पींदी है, कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है, जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ऐ पंजाब करां की सिफ्त तेरी, ऐ पंजाब करां की सिफ्त तेरी। ओ तेरी मां क्यों मिठी बोली दी जी करदियां सिफ्त न रजदा है। उर्दू हिंदी दियां साजां विच सुरताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है, दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब पंजाब है, पंजाब हाँ जी, पंजाब दर्शन वालों स्वागत है सारे दर्शकों का ते ਸਰੋਤਿਆਂ ਦਾ। ਅੱਜ ਸਾਡੇ ਮਹਿਮਾਨ ਹੋਣਗੇ
ਪੰਜਾਬ ਦੇ ਪ੍ਰੌੜ ਮਰਮੱਗ ਅਤੇ ਵਿਦਵਾਨ ਪੱਤਰਕਾਰ ਸਰਦਾਰ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਇੰਡੀਅਨ ਐਕਸਪ੍ਰੈਸ ਵਿੱਚ ਕਾਫੀ ਲੰਬਾ ਸਮਾਂ ਸੇਵਾ ਕੀਤੀ ਤੇ ਅੱਜ ਕੱਲ੍ਹ ਫ੍ਰੀਲਾਂਸਰ ਵਜੋਂ ਪੱਤਰਕਾਰੀ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਇੱਕ ਮਨ ਭਾਉਂਦੀ ਪੱਤਰਕਾਰੀ ਵੀ ਕਹਿ ਸਕਦੇ ਹਾਂ। ਉਹਨਾਂ ਨੇ ਪੰਜਾਬ ਨੂੰ 2 ਕਿਤਾਬਾਂ ਦਿੱਤੀਆਂ। ਪਹਿਲੀ ਕਿਤਾਬ ਉਹਨਾਂ ਦੀ ਖਾਲਿਸਤਾਨ ਸਟਰਗਲ ਏ ਨੌਨ ਮੂਵਮੈਂਟ, ਦੂਜੀ ਕਿਤਾਬ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੀ ਆਈ ਆ, ਰਿਵਰਸ ਔਨ ਫਾਇਰ ਖਾਲਿਸਤਾਨ ਸਟਰਗਲ। ਔਰ 2 ਕਿਤਾਬਾਂ ਉਹਨਾਂ ਦੀਆਂ ਇਹ ਦੱਸਦੀਆਂ ਕਿ ਉਹਨਾਂ ਨੇ ਉਮਰ ਭਰ ਜ਼ਿੰਦਗੀ ਵਿੱਚ ਕਿਸ ਲਗਨ ਨਾਲ ਤੇ ਕਿਸ ਮਿਹਨਤ ਨਾਲ ਪੱਤਰਕਾਰੀ ਕੀਤੀ ਤੇ ਕਿੰਨੀ ਸਟਰਗਲ ਕੀਤੀ ਜ਼ਿੰਦਗੀ ਵਿੱਚ। ਅੱਜ ਦਾ ਵਿਖਿਆਨ ਪੰਜਾਬ ਦੇ ਪਾਣੀਆਂ ਦਾ ਤੱਤ ਸੱਚ, ਇਹ ਅਸੀਂ ਪਰੰਪਰਾ ਵਜੋਂ ਡੈਡੀਕੇਟ ਕਰ ਰਹੇ ਹਾਂ ਪੰਜਾਬ ਦੇ ਦਰਿਆਵਾਂ ਨੂੰ, ਜਿਨ੍ਹਾਂ ਨੇ ਪੰਜਾਬ ਨੂੰ ਜ਼ਰਖੇਜ਼ ਨਾਂ ਦਿੱਤਾ। ਪੰਜਾਬ ਜਿਨ੍ਹਾਂ ਨੇ ਪੰਜਾਬ ਨੂੰ ਜ਼ਿੰਦਾ ਦਿਲ ਪਹਿਚਾਣ ਦਿੱਤੀ ਤੇ ਜ਼ਿੰਦਗੀ ਦਿੱਤੀ। ਸਭ ਤੋਂ ਪ੍ਰਮੁੱਖ ਸਾਂਝੀਵਾਲਤਾ, ਸੱਚ ਤੇ ਸਰਬੱਤ ਦੇ ਭਲੇ ਦਾ ਫਲਸਫਾ ਦਿੱਤਾ, ਜੋ ਪੰਜ ਪ੍ਰਧਾਨ ਤੋਂ ਲੈ ਕੇ 5 ਪਿਆਰਿਆਂ ਦੀ ਚੋਣ ਤੱਕ ਪ੍ਰਵਾਨ ਚੜ੍ਹਿਆ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਦੇ ਵਗਦੇ ਦਰਿਆਵਾਂ ਨੂੰ ਕੰਨ ਲਾ ਕੇ ਸੁਣਿਆ ਤਾਂ ਉਹਨੂੰ ਇਹ ਜਾਪ ਸਾਹਿਬ ਗਾਉਂਦੇ ਪ੍ਰਤੀਤ ਹੋਏ। ਪਰ ਸਮੇਂ ਦੀ ਸਿਆਸਤ ਵਿੱਚ ਕੋਈ ਐਸਾ ਸੇਧ ਦਾ ਤਕੜਾ ਕੱਢਿਆ ਗਿਆ ਕਿ ਪੰਜਾਬ ਦੇ ਦਰਿਆ ਇੱਥੋਂ ਦੀ ਸਿਆਸਤ ਲਈ ਪੁਆੜੇ ਦੀ ਜੜ ਬਣ ਗਏ। ਪੰਜਾਬ ਦੀ ਜ਼ਿੰਦਗੀ ਨਸ਼ਟ ਹੋ ਗਈ, ਪਹਿਚਾਣ ਖਤਮ ਹੋ ਗਈ ਤੇ ਸੱਚ ਦਾ ਫਲਸਫਾ ਤਹਿਸ ਨਹਿਸ ਹੋ ਗਿਆ। 5 ਪ੍ਰਧਾਨ ਤੇ 5 ਪਿਆਰੇ ਵਿਸਾਰ ਦਿੱਤੇ ਗਏ, ਸਾਂਝੀਵਾਲਤਾ ਤਿੜਕ ਗਈ, ਸਰਬੱਤ ਦਾ ਭਲਾ ਭੁਲਾ ਦਿੱਤਾ ਗਿਆ। ਪੰਜਾਬ ਦੇ ਦਰਪਣ ਜਿਹੇ ਸ਼ਾਇਰ ਸੁਰਜੀਤ ਪਾਤਰ ਨੇ ਲਿਖਿਆ, ਮਾਤਮ, ਹਿੰਸਾ, ਖੌਫ, ਬੇਵਸੀ ਤੇ ਅਨਿਆਂ, ਇਹ ਨੇ ਅੱਜ ਕੱਲ੍ਹ ਮੇਰੇ 5 ਦਰਿਆਵਾਂ ਦੇ ਨਾਂ। ਜੋ ਹੁੰਦੇ ਸਨ ਸਤਲੁਜ, ਬਿਆਸਾ, ਰਾਵੀ, ਜਿਹਲਮ ਅਤੇ ਚਨਾਹ, ਪਰ ਜਿਹੜੇ ਇੱਕ ਦਿਨ ਹੋਵਣਗੇ ਰਾਗ, ਸ਼ਾਇਰੀ, ਹੁਸਨ, ਮੁਹੱਬਤ ਅਤੇ ਨਿਆਂ। ਸਰਦਾਰ ਜਗਤਾਰ ਸਿੰਘ ਜੀ ਨੂੰ ਮੈਂ 1985 ਤੋਂ ਜਾਣਦਾ, ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਸੀ। ਤੇ ਜਿਵੇਂ ਪੱਤਰਕਾਰਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੂੰ ਰੋਜ਼ ਖੂਹ ਪੁੱਟਣਾ ਪੈਂਦਾ ਤੇ ਤਾਂ ਜਾ ਕੇ ਅਖਬਾਰ ਦਾ ਢਿੱਡ ਭਰਦਾ, ਤੇ ਉਹ ਅਕਸਰ ਉਸ ਤਲਾਸ਼ ਵਿੱਚ ਬਾਹਰ ਨਿਕਲਦੇ ਸੀਗੇ ਤੇ ਪੰਜਾਬ ਯੂਨੀਵਰਸਿਟੀ ਵਿੱਚ ਅਕਸਰ ਆਉਂਦੇ ਸੀਗੇ। ਤੇ ਮੈਨੂੰ ਉਹਨਾਂ ਨਾਲ ਇੱਕ ਸਬਬ ਬਣਦਾ ਸੀਗਾ ਬੈਠ ਕੇ ਵਿਚਾਰ ਕਰਨ ਦਾ, ਪੰਜਾਬ ਬਾਰੇ, ਪੰਜਾਬ ਦੀ ਸਿਆਸਤ ਬਾਰੇ, ਪੰਜਾਬ ਦੇ ਸਮਾਜ ਬਾਰੇ, ਪੰਜਾਬ ਦੇ ਫਲਸਫੇ ਬਾਰੇ। ਮੈਨੂੰ ਯਾਦ ਹੈ ਉਹਨਾਂ ਦਿਨਾਂ ਵਿੱਚ ਕਈ ਸਾਲ ਲਗਾਤਾਰ ਘੰਟਿਆਂ ਬੱਧੀ ਉਹਨਾਂ ਨਾਲ ਵਿਚਾਰਾਂ ਹੋਈਆਂ ਤੇ ਮੈਂ ਅੱਜ ਤੱਕ ਉਹਨਾਂ ਦੇ ਨਾਲ ਸੰਪਰਕ ਵਿੱਚ ਰਹਿਣਾ ਤੇ ਉਹਨਾਂ ਕੋਲੋਂ ਕਾਫੀ ਕੁਝ ਪੁੱਛਦਾ ਰਹਿਣਾ। ਕਈ ਸਿਆਸੀ ਗੱਲਾਂ ਜਾਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ, ਪੰਜਾਬ ਦੀ ਸਮਾਜਿਕਤਾ ਨਾਲ ਸੰਬੰਧਿਤ, ਜਿੰਨਾ ਉਹਨਾਂ ਨੂੰ ਜ਼ਿਆਦਾ ਪਤਾ, ਬਰੀਕੀ ਨਾਲ ਪਤਾ, ਡੂੰਘਾਈ ਵਿੱਚ ਪਤਾ, ਉਹਨਾਂ ਮੈਂ ਦੇਖਿਆ ਬਹੁਤ ਘੱਟ ਪੱਤਰਕਾਰਾਂ ਨੂੰ ਪਤਾ ਹੁੰਦਾ। ਤੇ ਇਸੇ ਕਰਕੇ ਮੈਂ ਉਹਨਾਂ ਨੂੰ ਵਿਦਵਾਨ ਪੱਤਰਕਾਰ ਕਹਿੰਦਾ। ਤੇ ਅੱਜ ਉਹ ਸਾਡੇ ਕੋਲ ਆਏ, ਪਿਛਲੇ ਦਿਨਾਂ 'ਚ ਉਹਨਾਂ ਨਾਲ ਸੰਪਰਕ ਕੀਤਾ ਸੀਗਾ ਕਿ ਅਸੀਂ ਪੰਜਾਬ ਦਰਸ਼ਨ ਤੇ ਅਸੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਪੰਜਾਬ ਦੇ ਸਾਰੇ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਦੱਸਿਆ ਗਿਆ ਕਿ ਪੰਜਾਬ ਦਾ ਪਾਣੀਆਂ ਦਾ ਇੱਕ ਡਿਸਪਿਊਟ ਚੱਲ ਰਿਹਾ, ਝਗੜਾ ਚੱਲ ਰਿਹਾ, ਇੱਕ ਸਮੱਸਿਆ ਚੱਲ ਰਹੀ ਆ, ਉਹਦੇ ਉੱਤੇ ਕਈ ਤਰ੍ਹਾਂ ਦੀ ਸਿਆਸਤ ਹੋ ਰਹੀ ਆ, ਮੋਰਚੇ ਲੱਗ ਰਹੇ ਆ, ਧਰਨੇ ਦਿੱਤੇ ਜਾ ਰਹੇ ਆ, ਕਈ ਵਾਰੀ ਜੇਲ੍ਹਾਂ ਭਰੀਆਂ ਗਈਆਂ, ਕਿੰਨਾ ਕੁਝ ਹੋ ਗਿਆ, ਲੇਕਿਨ ਉਹ ਪੰਜਾਬ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੁੰਦਾ ਹੈ। ਔਰ ਹੱਲ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਸਾਡੇ ਵੱਸ ਦੀ ਗੱਲ ਇੰਨੀ ਹੈ ਕਿ ਅਸੀਂ ਉਸ ਮਸਲੇ ਨੂੰ ਸਮਝੀਏ ਸਹੀ ਵੀ ਕੀ ਹੈ। ਜਿਵੇਂ ਪੰਜਾਬ ਦਾ ਇੱਕ ਭੂਗੋਲ ਹੈ,
ਜਿਵੇਂ ਪੰਜਾਬ ਮੁਕੰਮਲ ਪੰਜਾਬ ਸੀ, ਜਿਹਨੂੰ ਅਸੀਂ ਅੰਗਰੇਜ਼ਾਂ ਵੇਲੇ ਦਾ ਪੰਜਾਬ ਕਹਿੰਦੇ ਆ। ਫਿਰ 1947 ਵਿੱਚ ਕਹਿੰਦੇ ਆ ਵੀ ਉਹ ਪੰਜਾਬ ਜਿਹੜਾ ਉਹ 47% ਰਹਿ ਗਿਆ। ਉਹਦੇ ਬਾਅਦ 1966 ਵਿੱਚ ਉਹ ਪੰਜਾਬ ਜਿਹੜਾ ਉਹ 19% ਰਹਿ ਗਿਆ। ਤੇ ਅੱਜ ਉਹ 19% ਪੰਜਾਬ ਦੇ ਵਿੱਚ ਵੀ ਪਾਣੀਆਂ ਦਾ ਮਸਲਾ, ਪਾਣੀਆਂ ਦਾ ਰੇੜਕਾ ਉਹ ਜਾਰੀ ਹੈ, ਜਿਹਦਾ ਸਾਨੂੰ ਕੁਝ ਪਤਾ ਹੀ ਨਹੀਂ ਹੈ ਵੀ ਉਹ ਐਕਚੁਅਲੀ ਹੈ ਕੀ। ਸਾਡੀਆਂ ਸਰਕਾਰਾਂ ਨੇ, ਸਾਡੀਆਂ ਪੋਲੀਟੀਕਲ ਪਾਰਟੀਆਂ ਨੇ, ਸਾਡੇ ਲੀਡਰਾਂ ਨੇ ਕਿਹੜੇ ਵੇਲੇ ਕਿਹੜੇ ਸਮਝੌਤੇ ਕੀਤੇ, ਕਿੱਥੇ ਉਹ ਮੁੱਕਰ ਗਏ, ਕਿੱਥੇ ਉਹਦਾ ਸੱਚ ਕੀ ਆ, ਉਹਦਾ ਤੱਥ ਕੀ ਆ, ਉਹਦਾ ਕੱਚ ਕੀ ਆ। ਇਹ ਸਾਰੀਆਂ ਗੱਲਾਂ ਸਾਡੇ ਲਈ ਸਮਝਣੀਆਂ ਬਹੁਤ ਜ਼ਰੂਰੀ ਆ। ਫਿਰ ਮੇਰਾ ਖਿਆਲ ਹੈ ਅਸੀਂ ਕਿਸੇ ਜਦੋਂ ਇੱਕ ਚੰਗੀ ਸਮਝ ਬਣਾ ਕੇ ਅਸੀਂ ਚੰਗੇ ਕਿਸੇ ਉਮੀਦ ਭਵਿੱਖ ਦੀ ਕਰ ਸਕਦੇ ਹਾਂ। ਤੇ ਮੈਨੂੰ ਯਾਦ ਹੈ ਕਿ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਦੇ ਅਕਸਰ ਇਹਨਾਂ ਦੇ ਲੇਖ ਜਿਹੜੇ ਆ ਇੰਡੀਅਨ ਐਕਸਪ੍ਰੈਸ ਵਿੱਚ ਉਦੋਂ ਛਪਦੇ ਹੁੰਦੇ ਸੀਗੇ। ਅੱਜ ਕੱਲ੍ਹ ਉਹਨਾਂ ਦੇ ਲੇਖ ਪੰਜਾਬੀ ਵਿੱਚ ਵੀ ਛਪਦੇ ਆ। ਉਹ ਬੇਸ਼ੱਕ ਅੰਗਰੇਜ਼ੀ ਵਿੱਚ ਲਿਖਦੇ ਆ, ਪਰ ਉਹ ਟਰਾਂਸਲੇਟ ਹੋ ਕੇ ਸਾਡੇ ਕੋਲ ਪਹੁੰਚਦੇ ਆ ਤੇ ਉਹਨਾਂ ਦੇ ਵਿੱਚ ਬੜੀ ਪਤੇ ਦੀ ਜਾਣਕਾਰੀ ਉਹਨਾਂ ਦਿੱਤੀ ਹੁੰਦੀ ਆ। ਇੱਕ ਖਾਸ ਜਿਹੜੀ ਉਹਨਾਂ ਬਾਰੇ ਮੈਂ ਗੱਲ ਕਹਿ ਸਕਦਾ ਕਿ ਸਾਡੇ ਪੱਤਰਕਾਰ ਵੀ ਅਕਸਰ ਦੇਖਿਆ ਜਾਂਦਾ ਵੀ ਉਹ ਵੀ ਪੋਲੀਟੀਕਲ ਪਾਰਟੀਆਂ ਦੇ ਨਾਲ ਕਿਸ ਤਰ੍ਹਾਂ ਜੁੜ ਜਾਂਦੇ ਆ ਤੇ ਉਹਨਾਂ ਦਾ ਉਹ ਆਪਣਾ ਸੱਚ ਪੂਰਾ ਸੱਚ ਨਹੀਂ ਰਹਿੰਦਾ ਹੈ। ਪਰ ਸਰਦਾਰ ਜਗਤਾਰ ਸਿੰਘ ਜੀ ਅਜਿਹੇ ਇਨਸਾਨ, ਅਜਿਹੇ ਵਿਦਵਾਨ, ਅਜਿਹੇ ਪੱਤਰਕਾਰ, ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹ ਹਮੇਸ਼ਾ ਨਿੱਤਰ ਕੇ ਤੇ ਨਿਤਾਰ ਕੇ ਗੱਲ ਕਰਦੇ ਆ। ਉਹ ਕਦੇ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਵੀ ਕੋਈ ਲੁਕਮੀ ਗੱਲ ਜਾਂ ਕੋਈ ਗੋਲ-ਮੋਲ ਗੱਲ ਇਸ ਤਰ੍ਹਾਂ ਕਰਨ ਦੇ ਆਦੀ ਨਹੀਂ ਹੈਗੇ। ਤੇ ਅੱਜ ਵੀ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਜਿਹੜੀ ਸਿਆਸਤ ਹੋ ਰਹੀ ਹੈ ਔਰ ਜਿਹੜੀ ਇਹ ਪ੍ਰੋਬਲਮ ਹੈ ਜਾਂ ਝਗੜਾ ਹੈ ਜਾਂ ਡਿਸਪਿਊਟ ਹੈ, ਉਹਦੇ ਬਾਰੇ ਉਹਦਾ ਸਾਨੂੰ ਇਤਿਹਾਸ ਦੱਸਣ, ਉਹਦੀ ਬੈਕਗਰਾਊਂਡ ਦੱਸਣ, ਉਹਦਾ ਤੱਥ ਸੱਚ ਕੱਚ ਉਹ ਸਾਰਾ ਕੁਝ ਸਾਨੂੰ ਦੱਸਣ। ਤੇ ਮੈਂ ਉਹਨਾਂ ਤੇ ਪੰਜਾਬ ਦਰਸ਼ਨ ਦੇ ਸਰੋਤਿਆਂ ਤੇ ਦਰਸ਼ਕਾਂ ਦੇ ਵਿਚਕਾਰ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਆਪਣਾ ਵਿਖਿਆਨ ਜਾਰੀ ਕਰਨ ਪੰਜਾਬ ਦੇ ਪਾਣੀਆਂ ਦੀ ਸਿਆਸਤ ਦਾ ਤੱਥ ਸੱਚ। ਹਾਂਜੀ, ਥੈਂਕ ਯੂ ਅਵਤਾਰ ਜੀ। ਤੁਸੀਂ ਬੜੀ ਪੁਰਾਣੀਆਂ ਗੱਲਾਂ ਯਾਦ ਕਰਾਈਆਂ ਅੱਜ ਆਪਣੇ ਸੰਬੰਧਾਂ ਦੀਆਂ। ਦੋਸਤੋ, ਮੈਂ ਇੱਕ ਗੱਲ ਅਵਤਾਰ ਹੋਰਾਂ ਬਾਰੇ ਕਹਿਣਾ ਹੁੰਦਾ ਐਜ਼ ਅ ਜਰਨਲਿਸਟ ਕਿ ਮੇਰੀ ਬੈਕਗਰਾਊਂਡ ਸਿਆਸਤ ਦੀ ਹੋ ਸਕਦੀ ਹੈ। ਇਕਨੋਮਿਕਸ ਦਾ ਮੈਂ ਸਟੂਡੈਂਟ ਸੀਗਾ, ਲੇਕਿਨ ਜਿਹੜੀ ਪੱਤਰਕਾਰੀ ਅਸੀਂ ਪੰਜਾਬ ਦੇ ਵਿੱਚ ਕਰਦੇ ਹਾਂ ਉਹਦੇ ਵਿੱਚ ਧਰਮ ਦਾ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਸੋ ਅੱਜ ਵੀ ਜੋ ਮੈਂ ਕਿਤੇ ਅੜਦਾ ਹੈ ਧਾਰਮਿਕ ਮਸਲਿਆਂ ਦੇ ਉੱਤੇ ਤੇ ਮੇਰੇ ਦਿਮਾਗ 'ਚ ਜਿਹੜਾ ਪਹਿਲਾ ਨਾਂ ਆਉਂਦਾ ਹੈ ਉਹ ਅਵਤਾਰ ਹੋਰਾਂ ਦਾ ਆਉਂਦਾ ਹੈ ਕਿ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਔਰ ਪੰਜਾਬ 'ਚ ਬਹੁਤ ਘੱਟ ਲੋਕ ਹੈਗੇ ਹੈ ਜਿਹੜੇ ਇਸ ਡੂੰਘਾਈ ਨਾਲ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਰੱਖਦੇ ਆ। ਅਵਤਾਰ, ਥੈਂਕ ਯੂ ਸੋ ਮਚ। ਮੈਂ ਹੁਣ ਆਊਂਗਾ ਸਿੱਧਾ ਆਪਣੇ ਵਿਸ਼ੇ ਤੇ। ਦੋਸਤੋ, ਪੰਜਾਬ ਦਾ ਪਾਣੀਆਂ ਦਾ ਵਿਸ਼ਾ ਇੰਨੇ ਸਾਲਾਂ ਤੋਂ ਚੱਲ ਰਿਹਾ ਹੈ ਤੇ ਇਹਦੀ ਅਸਲੀਅਤ ਕੀ ਹੈ, ਇਹਦੀ ਜੜ ਤੱਕ ਜਾਣ ਦੀ ਮੈਂ ਕੋਸ਼ਿਸ਼ ਕੀਤੀ ਜਦੋਂ ਮੈਂ ਦੂਸਰੀ ਕਿਤਾਬ ਲਿਖਣੀ ਆਪਣੀ ਸ਼ੁਰੂ ਕੀਤੀ। ਤੁਸੀਂ ਪੁੱਛੋਗੇ ਵੀ ਇੰਨੇ ਸਾਲ ਕਵਰ ਕਰਦੇ ਰਹੇ ਪੰਜਾਬ ਨੂੰ ਤੇ ਪਹਿਲਾਂ ਕਦੇ ਸਮਝ ਹੀ ਨਹੀਂ ਆਈ। ਤੇ ਮੈਨੂੰ ਯਾਦ ਹੈ ਕਿ ਮੈਂ ਮੇਰੇ ਖਿਆਲ ਜਿਹੜੀ ਪਹਿਲੀ ਸਟੋਰੀ ਕੀਤੀ ਸੀ ਉਦੋਂ ਮੈਂ ਹਜੇ ਅਖਬਾਰ ਜਾਇ ਨਹੀਂ ਕੀਤੀ ਸੀ। ਉਹ ਸੀ ਮਸਲਾ SYL ਦੀ ਅਲਾਈਨਮੈਂਟ ਦਾ, ਈਅਰ 1978। ਉਦੋਂ ਸੀ ਸਮੱਸਿਆ ਰਵਿੰਦਰ ਹੋਰਾਂ ਦਾ ਹਲਕਾ ਮੋਰਿੰਡਾ ਤੇ ਬਚਿੱਤਰ ਸਿੰਘ ਹੋਰਾਂ ਦਾ ਹਲਕਾ ਖਰੜ, ਇਹਦੇ ਵਿੱਚੋਂ ਨਹਿਰ ਜਾਣੀ ਸੀ ਤੇ ਇਹ ਕੋਸ਼ਿਸ਼ ਕਰ ਰਹੇ ਸੀ ਕਿ ਸਾਡਾ ਘੱਟ ਤੋਂ ਘੱਟ ਏਰੀਆ ਅਕਵਾਇਰ ਹੋਵੇ, ਨਹਿਰ ਦੀ ਅਲਾਈਨਮੈਂਟ ਇਸ ਢੰਗ ਨਾਲ ਹੋਵੇ। ਪਰ ਅਕਾਲੀ ਸਰਕਾਰ ਹੋਵੇ ਤੇ ਉਦੋਂ ਨਹਿਰ ਤੇ ਸਾਰੀ ਗੱਲਬਾਤ ਚੱਲ ਰਹੀ ਸੀ। ਕਦੇ ਗੌਰ ਨਹੀਂ ਕੀਤਾ ਸੀ ਤਾਂ 99 ਸੀ, ਸਟੋਰੀ ਕਰਨ ਤੋਂ ਬਾਅਦ ਕੋਈ ਨਹੀਂ ਸੀ। 79 'ਚ ਮੈਂ ਅੰਮ੍ਰਿਤਸਰ ਚਲਾ ਜਾਂਦਾ ਜਿੱਥੇ ਮੇਰਾ ਸਿੱਧਾ ਵਾਹ ਸਿਆਸਤ ਤੇ ਸਿਆਸੀ ਰਿਪੋਰਟਿੰਗ ਨਾਲ ਪੈਂਦਾ ਹੈ। ਉਦੋਂ ਹੀ ਇਹ ਮਸਲੇ ਪਾਣੀਆਂ ਦੇ ਇਹ ਸਾਰੇ ਸਾਹਮਣੇ ਨਜ਼ਰ ਆਉਣ ਲੱਗੇ, ਘੱਟੋ ਘੱਟ ਸਾਨੂੰ ਪ੍ਰੋਫੈਸ਼ਨਲੀ। ਜਦ ਕਿ 77 ਦੇ ਮੈਨੀਫੈਸਟੋ ਦੇ ਵਿੱਚ ਪਹਿਲੀ ਵਾਰ ਇਹ ਇਸ਼ੂ ਉੱਭਰ ਕੇ ਸਾਹਮਣੇ ਆਇਆ ਸੀ। ਮੈਨੀਫੈਸਟੋ ਅਕਾਲੀ ਦਲ ਦਾ ਸੀ। ਮੈਂ ਜਿੰਨੇ ਮੈਨੀਫੈਸਟੋ ਦੀ ਗੱਲ ਕਰੂੰਗਾ ਸਾਰੇ ਅਕਾਲੀ ਦਲ ਦੇ ਹੋਣਗੇ, ਮੈਂ ਇਸ ਕਰਕੇ ਵਾਰ-ਵਾਰ ਨਹੀਂ ਦੁਹਰਾਊਂਗਾ। 82 'ਚ ਹੁਣ ਮੈਂ ਥੋੜਾ ਜਿਹਾ ਪਿੱਛੇ ਚੱਲੂੰਗਾ। ਦੇਖੋ
कि मैनू समझ कदों आई, मैं जान के विचों कट शाट कर लगे थोड़ा जा, मैं वापस होते फिर आऊंगा। 85 च मैं हरियाणा कवर करना शुरू किया ते एक दिन बैठे सीगे असी, शमशेर सिंह सुरजेवाला हरियाणे के इरीगेशन मिनिस्टर सी, वो बहुत बैलेंस इंसान सी ते वेरी आर्टिकुलेट, हरियाणा पॉलिटिक्स की पूरी समझ सी। करते करते कहता भाई बात ये है कि पानी तो जितना हमें चाहिए हम ले रहे हैं और पानी है ही नहीं। भाखड़ा के सिस्टम के थ्रू जिन्ना पानी अवेलेबल सी फालतू वो लै रहे थे। वो कहते भी जे इस नहर को रीमॉडल कर दिता जाए तो जो बाकी पानी है थोड़ा बहुत कोई होएगा असी वो भी ले सकते हैं। मैं कहा फिर रौला की है फिर SYL का? कहना भी रौला पोलिटिकल है, असी छड्ड नहीं सकते, तुसीं बना नहीं सकते, तो ये इस तरह ही चलेगा। उस तो बाद मेरी मुलाकात होंदी है हरियाणे के सैकटरी इरीगेशन सुंदरम। पंजाब च कदे किसी ने वो गल समझाने की कोशिश नहीं की, मैं नाल ही तुहानूं समझा दिया। मैं पहली बार उन्होंने कोले गया, नेचुरली 85 की गल सी, जो हरियाणा कवर कर रहा सी, ते उन्होंने टेबल ते मेरे वास्ते एक किताब रखी सी, उसे इंडस वाटर ट्रीटी बाई ND गुलाटी। उन्होंने मैनू किताब देती, कहते भी जो मुका ले उदों मेरे को आ जी। मैं कदे पढ़ी ही नहीं सी, मुका के मैं फिर चला गया। उन्होंने एक किताब और रखी हुई सी, वो सी इंटरस्टेट रिवर वाटर डिस्प्यूट एक्ट 1956, ते वो भी बाई ND गुलाटी सी। दोवें पढ़ लिया फिर चला गया। फिर कहते हुण बैठ जाओ, हुण समझ आ सारी। हुण उहदा बैकग्राउंड सारी समझ आ गई भी इंडस वाटर ट्रीटी की सी, रिवर वाटर डिस्प्यूट एक्ट किवें ऑपरेट करता है, सारा कुछ। सानू पंजाब च कदे गल सुझी ही नहीं सी, ना ही पंजाब कोले वो रिकॉर्ड सी। ये तो मेरी बैकग्राउंड है शुरू करन दी स्टडी पानियां दी। जबकि असी SYL जो बननी शुरू हुई, मिस्टर गांधी ने नींह रखी, उस दिन मैं कपूरी सी। इस सब के बावजूद सानू पंजाब दे विच ये समझ कदे भी नहीं सी आई कि बेसिक इशू कित्थों चलदे हैं। हुण असली कहानी की है, दो एस्पैक्ट है सारी गल दे मेन। एक तो असली पानी कितना है, दूसरा इहदे बारे कानून की कहता है। मैं ज्यादा एफेसिस मेरी होएगी कि पानी का असली मसला कितनी क्वालिटी है कि नहीं, कितने एग्रीमेंट होए, क्योंकि जो लीगल पॉइंट है राइपेरियन राइट्स का, ये हुण तक कदे कोर्ट ने मन्निया ही नहीं पंजाब के बारे। मेरा पहला पॉइंट जोड़ा तुसीं नोट कर सकते हैं भी पानी असली कितना है, तो किन्ने ये समस्या किन्ने पानी की है। अज की डेट के ये समस्या सिर्फ 1.88 MAF की है। इस पानी नूं लैण वास्ते सारा ये झगड़ा चल रहा है। नहर इनू बनाउण वास्ते की पट्टण दी सारी जदोजहद चल रही है। हुण इन्ना पानी तो अजकल के जमाने दे विच जिहड़ी टैक्नोलॉजी है उहदे लई कंजर्व किया जा सकता है। इस तो ज़्यादा पानी वाटर हारवैसटिंग नाल इकट्ठा किया जा सकता है। नवे सिस्टम जिहड़े इरीगेशन दे है और इस तो ज्यादा पानी स्पेयर किया जा सकता है। हुण जे 1.88 टैक्नीकली इशू इन्ना है, हुण इहदे पिछे इन्नी लड़ाई क्यों? जे तुसीं देखो कि महीना पहला भी हरियाणा के चीफ मिनिस्टर मनोहर लाल खट्टर का बयान आया सीगा, जदों कैप्टन अमरिंदर सिंह ने वार-वार कहा कि साडे कोल पानी नहीं है ते नवा कमीशन बनाओ, वो असैस करे भी पानी कितना है, उस हिसाब से डिस्ट्रीब्यूशन होवे। ते उहदा बयान सी बड़ा इंटरेस्टिंग। वो कहते भी इशू ये नहीं है कि पंजाब कोल पानी है कि नहीं। हुण गल इत्थे खड़ी है, जो गल इत्थे खड़ जाए उसका कोई हल नहीं होया करता। हुण आपां चलीए इस तो अगे भी ये मसला इन्ना कॉम्प्लीकेट क्यों होया ते किहने कीता। मैं एक गल क्या करदा इस सारे इशू ते, कांग्रेस ने पंजाब दे नाल धोखा कीता ते अकाली दल ने गद्दारी की। तो मैं हुण धोखे तो शुरू करूंगा। पंजाब के पानियां नूं जिहड़ी तेली लाई सी वो मिस्टर गांधी ने लाई सी साल 1978 76 एमरजेंसी। ਇਹਦੀ बैकग्राउंड ਜਿਹੜੀ 76 है, ਇਹਦੀ बैकग्राउंड 1966 ਦਾ ਜਿਹੜਾ पंजाब रीऑर्गेनाइजेशन एक्ट है ਉਹਦੇ ਵਿੱਚ है।
ਉਹਦੇ ਵਿੱਚ ਇੱਕ ਕਲਾਸ ਰੱਖੇਗੀ ਸੈਕਸ਼ਨ 70 to 80 ਤੱਕ ਜਿਹੜੀ ਕਲਾਸ ਸੀਗੀ ਕਿ ਜਿਹੜੀ ਪਾਣੀ ਦੀ ਡਿਸਟ੍ਰੀਬਿਊਸ਼ਨ ਹੈ ਇਹ ਹਰਿਆਣਾ ਪੰਜਾਬ ਬੈਠ ਕੇ ਆਪਸ ਦੇ ਵਿੱਚ ਸੈਟਲ ਕਰ ਲੈਣਗੇ। ਜੇ 2 ਸਾਲ ਦੇ ਵਿੱਚ ਸੈਟਲ ਨਹੀਂ ਕਰਦੇ ਤੇ ਫਿਰ ਪ੍ਰਾਈਮ ਮਿਨਿਸਟਰ ਇੰਟਰਵੀਨ ਕਰਕੇ ਅਵਾਰਡ ਅਨਾਉਂਸ ਕਰ ਦੇਗਾ। ਪੰਜਾਬ ਤੇ ਹਰਿਆਣਾ ਆਪਸ ਦੇ ਵਿੱਚ ਸੈਟਲ ਨਹੀਂ ਕਰ ਸਕੇ ਤੇ ਉਸ ਤੋਂ ਬਾਅਦ 75 ਦੇ ਵਿੱਚ ਜਦੋਂ ਐਮਰਜੈਂਸੀ ਲੱਗਦੀ ਹੈ ਉਦੋਂ ਮਿਸਟਰ ਗਾਂਧੀ ਨੇ ਇਹ ਇਸ਼ੂ ਟੇਕ ਅਪ ਕੀਤਾ ਕਿਉਂਕਿ ਹਰਿਆਣੇ 'ਚ ਉਸ ਤੋਂ ਬਾਅਦ ਇਲੈਕਸ਼ਨ ਆਉਣੀ ਸੀ। 76 ਦੇ ਵਿੱਚ ਉਹਨਾਂ ਨੇ ਜਿਹੜਾ ਪਾਣੀ ਵੰਡਣਾ ਸੀ ਉਹਦਾ 3.5 ਈਚ ਹਰਿਆਣਾ ਤੇ ਪੰਜਾਬ ਦੋਵਾਂ ਨੂੰ ਦੇ ਦਿੱਤਾ। ਪੰਜਾਬ ਦੇ ਵਿੱਚ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਪ੍ਰੋਟੈਸਟ ਕੀਤਾ। ਮੈਂ RTI 'ਚ ਸਾਰਾ ਰਿਕਾਰਡ ਮੰਗਵਾਇਆ ਇਹ ਵੀ ਕਿਸੇ ਵੇਲੇ ਕੀ ਪੰਜਾਬ ਨੇ ਕਦੇ ਪ੍ਰੋਟੈਸਟ ਕੀਤਾ ਸੀ। ਮੈਂ ਤੁਹਾਨੂੰ ਉਹਦੇ ਨੰਬਰ ਵਗੈਰਾ ਦੇ ਸਕਦਾ, ਜੇ ਕਹੋ ਤਾਂ ਫਿਰ ਉਹ ਜ਼ਿਆਦਾ ਲੰਬਾ ਹੋ ਜਾਏਗਾ। ਜਿਹੜਾ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਨੇ ਪ੍ਰੋਟੈਸਟ ਨਹੀਂ ਕੀਤਾ, ਉਹ ਰਿਕਾਰਡ ਤੇ ਹੈ, ਅਸੈਂਬਲੀ ਦੇ ਵੀ ਰਿਕਾਰਡ ਤੇ ਹੈ ਸਾਰਾ ਕੁਝ। ਮੈਨੂੰ ਸਰਕਾਰ ਨੇ ਉਹ ਸਾਰੀਆਂ ਕਾਪੀਆਂ ਨਹੀਂ ਭੇਜੀਆਂ। ਜਿਹੜਾ ਇੰਸਟਾਲਮੈਂਟ ਪੈਸੇ ਦੀ ਪਹਿਲੀ ਆਈ ਉਹ ਵੀ ਭੇਜੀ ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ, ਇਲੈਕਸ਼ਨ ਹੋ ਗਈ, ਐਮਰਜੈਂਸੀ ਉੱਠ ਗਈ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਤੇ ਹਰਿਆਣੇ ਦੇ ਵਿੱਚ ਲੋਕ ਦਲ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਦੇਵੀ ਲਾਲ ਸੀ। ਇੱਧਰ ਪ੍ਰਕਾਸ਼ ਸਿੰਘ ਬਾਦਲ ਆ ਜਾਂਦੇ। ਹੁਣ ਇੰਟਰਸਟਿੰਗ ਚੈਪਟਰ ਇਸ ਇਸ਼ੂ ਦਾ ਸ਼ੁਰੂ ਹੁੰਦਾ ਹੈ। ਦੋਵਾਂ ਦੇ ਪਰਸਨਲ ਲੈਵਲ ਤੇ ਬਹੁਤ ਦੋਸਤੀ ਹੈ। ਇਹ ਆਪਸ ਵਿੱਚ ਫੈਸਲਾ ਕਰਦੇ ਆ ਵੀ ਆਪਾਂ ਨਹਿਰ ਬਣਾਵਾਂਗੇ। ਇਹ ਹੁਣ ਅੱਗੇ ਰਿਕਾਰਡ ਤੇ ਸਾਰਾ ਕੁਝ ਆਉਂਦਾ। ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਪੈਸੇ ਲੈਟਰ ਲਿਖਤੀ ਵੀ ਸਾਨੂੰ 3 ਕਰੋੜ ਰੁਪਇਆ ਰਿਲੀਜ਼ ਕਰੋ ਤੇ ਨਾਲ ਹੀ ਫਰਵਰੀ 1978 ਦੇ ਵਿੱਚ 2 ਨੋਟੀਫਿਕੇਸ਼ਨ ਲੈਂਡ ਅਕਵਾਇਰ ਕਰਨ ਵਾਸਤੇ ਇਸ਼ੂ ਕਰਤੇ। ਰਿਕਾਰਡ ਦਾ ਪਾਰਟ ਹੈ ਸਾਰਾ ਕੁਝ। ਮੇਰਾ ਖਿਆਲ ਮੈਂ ਥੋੜਾ ਰਿਕਾਰਡ ਤੁਹਾਨੂੰ ਨਾਲ ਇਹਦਾ ਦੱਸ ਹੀ ਦਿਆਂ। ਬਾਦਲ ਸਰਕਾਰ ਨੇ 77 ਚ ਇਹਦੇ ਬਾਰੇ ਕੋਈ ਪ੍ਰੋਟੈਸਟ ਨਹੀਂ ਕੀਤਾ। ਪ੍ਰੋਟੈਸਟ ਹੈ ਤਾਂ ਸਿਰਫ ਗਿਆਨੀ ਜੈਲ ਸਿੰਘ ਦੀ ਸਰਕਾਰ ਦਾ ਹੈ। ਹਰਿਆਣਾ ਗੌਰਮੈਂਟ ਨੇ 76 ਦੇ ਵਿੱਚ 1 ਕਰੋੜ ਰੁਪਇਆ ਇਸ਼ੂ ਕੀਤਾ ਤੇ ਅੱਗੇ ਆ ਜਾਈਏ ਜੀ ਆਪਾਂ। ਬਾਦਲ ਗੌਰਮੈਂਟ ਰੋਟ ਲੈਟਰ ਨੰਬਰ 700 July 78 to ਹਰਿਆਣਾ seeking rupees 3 ਕਰੋੜ। ਰਿਕਾਰਡ ਦਾ ਪਾਰਟ ਹੈ ਜੀ। ਜੇ ਸਰਕਾਰ ਨੇ ਬਾਦਲ ਸਰਕਾਰ ਨੇ ਨਹਿਰ ਬਣਾਉਣੀ ਨਹੀਂ ਸੀ ਫਿਰ ਇਹ ਲੈਟਰ ਕਿਉਂ ਲਿਖੇਗੀ? ਲੈਟਰ ਦਾ ਨੰਬਰ ਹੈ 23617 7/78 ਔਰ ਨੰਬਰ ਵਗੈਰਾ ਸਾਰੇ ਹੈਗੇ ਆ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ 1 ਕਰੋੜ ਰੁਪਇਆ ਹੋਰ ਭੇਜਤਾ। ਹੁਣ ਆ ਗਏ ਜੀ 78 ਫਰਵਰੀ ਦੇ ਵਿੱਚ 2 ਨੋਟੀਫਿਕੇਸ਼ਨ ਲੈਂਡ ਅਕਵਾਇਰ ਕਰਦੇ ਇਸ਼ੂ ਹੁੰਦੇ ਆ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਤੇ ਨਾਲ ਇਹ ਪੈਸਾ ਜਿਹੜੇ ਲੈਂਡ ਅਕਵਾਇਰ ਕਰਨੀ ਸੀ ਉਸੇ ਪੈਸੇ ਨਾਲ ਕਰਨੀ ਸੀ ਜਿਹਦੇ ਬਾਰੇ ਇਹਨੇ ਲੈਟਰ ਲਿਖੀ ਸੀ। ਔਰ ਇੰਟਰਸਟਿੰਗ ਪਾਰਟ ਇਹ ਹੈ ਕਿ ਜਿਹੜੇ ਇਹ ਨੋਟੀਫਿਕੇਸ਼ਨ ਇਸ਼ੂ ਕੀਤੇ ਗਏ ਇਹਦੇ ਚ ਐਮਰਜੈਂਸੀ ਕਲਾਸ ਇਨਵੋਕ ਕੀਤੀ ਗਈ ਸੈਕਸ਼ਨ 70। ਸੋ ਜਿਹੜਾ ਇਹ ਕਹਿੰਦੇ ਆ ਕਿ ਅਸੀਂ ਇਸ ਕਨਾਲ ਦੇ ਖਿਲਾਫ ਸੀ ਉਹ ਬਿਲਕੁਲ ਝੂਠ ਹੈ। ਇਹ ਰਿਕਾਰਡ ਦਾ ਪਾਰਟ ਹੈ, ਲੈਟਰ ਵੀ ਔਰ ਦੋਵੇਂ ਨੋਟੀਫਿਕੇਸ਼ਨ ਵੀ। ਹੁਣ ਇਸ ਤੋਂ ਬਾਅਦ ਹਰਿਆਣਾ ਅਸੈਂਬਲੀ ਦਾ ਰਿਕਾਰਡ ਆ ਜਾਂਦਾ ਹੈ ਮਾਰਚ 1 1978 ਚੌਧਰੀ ਦੇਵੀ ਲਾਲ ਉਹ ਅਨਾਉਂਸ ਕਰਦੇ ਕਿ ਮੇਰਾ ਤੇ ਬਾਦਲ ਸਾਹਿਬ ਦਾ ਸਮਝੌਤਾ ਹੋ ਗਿਆ, ਅਸੀਂ ਨਹਿਰ ਬਣਾਵਾਂਗੇ। ਇਹ 3 ਵਾਰੀ ਹਰਿਆਣਾ ਅਸੈਂਬਲੀ ਦੇ ਰਿਕਾਰਡ ਤੇ ਉਹਨਾਂ ਦਿਨਾਂ ਦੇ ਵਿੱਚ ਆਇਆ
ਬਾਈ ਚਾਂਸ ਇੱਕ ਦਿਨ ਚੌਧਰੀ ਦੇਵੇ ਲਾਲ ਹੁਣ ਅੱਗੇ ਟੌੜਾ ਸਾਹਿਬ ਨੇ ਜਿਹੜੀ ਗੱਲ ਮੈਨੂੰ ਸੁਣਾਈ, ਉਹ ਕਹਿੰਦੇ ਮੈਨੂੰ ਚੌਧਰੀ ਦੇਵੇ ਲਾਲ ਮਿਲ ਗਏ ਤੇ ਉਹ ਕਹਿੰਦੇ ਵੀ ਅਸੀਂ ਫੈਸਲਾ ਕਰ ਲਿਆ ਤੇ ਨਹਿਰ ਤੁਸੀਂ ਫੰਕਸ਼ਨ ਤੁਸੀਂ ਪ੍ਰੋਵਾਈਡ ਕਰੋਗੇ, ਅਸੀਂ ਦੋਵਾਂ ਨੇ ਫੈਸਲਾ ਕਰ ਲਿਆ ਵੀ ਇਹ ਨਹਿਰ ਬਣੇਗੀ। ਉਹ ਕਹਿੰਦੇ ਮੈਂ ਕਿਹਾ ਵੀ ਚੌਧਰੀ ਸਾਹਿਬ ਇਹ ਨਹਿਰ ਤਾਂ ਨਹੀਂ ਬਣੂਗੀ। ਫਿਰ ਉਹਨਾਂ ਦਾ ਇਲਾਕਾ ਸੀ ਫਤਿਹਗੜ੍ਹ ਸਾਹਿਬ, ਜਿੱਥੇ ਨੀਂਹ ਪੱਥਰ ਰੱਖਣਾ ਸੀਗਾ। ਉਸ ਤੋਂ ਬਾਅਦ ਟੌੜਾ ਸਾਹਿਬ ਨੇ ਬਾਦਲ ਸਾਹਿਬ ਨਾਲ ਗੱਲ ਕੀਤੀ ਤਾਂ ਇਹ ਪ੍ਰੋਜੈਕਟ ਉਸ ਵੇਲੇ ਰੁਕਿਆ। ਹੁਣ ਜਦੋਂ ਇਹ ਫੰਕਸ਼ਨ ਨਹੀਂ ਹੋਇਆ, ਉਸ ਤੋਂ ਬਾਅਦ ਹਰਿਆਣਾ ਸੁਪਰੀਮ ਕੋਰਟ ਗਿਆ 76 ਦਾ ਐਗਰੀਮੈਂਟ ਲਾਗੂ ਕਰਾਉਣ ਵਾਸਤੇ। ਜਿਹੜਾ ਅਕਾਲੀ ਦਲ ਲਗਾਤਾਰ ਕਹਿ ਰਿਹਾ ਵੀ ਅਸੀਂ ਸੁਪਰੀਮ ਕੋਰਟ ਗਏ, ਉਹਦੇ ਅਗੇਂਸਟ ਉਹ ਗਲਤ ਹੈ। ਪਹਿਲ ਕੀਤੀ ਹਰਿਆਣੇ ਨੇ ਉਹਨੂੰ ਲਾਗੂ ਕਰਾਉਣ ਵਾਸਤੇ। ਜਦੋਂ ਇੱਕ ਸਟੇਟ ਜਾਂਦੀ ਹੈ ਨੈਚੁਰਲੀ ਦੂਸਰੀ ਸਟੇਟ ਉੱਥੇ ਸੁਪਰੀਮ ਕੋਰਟ ਜਾਏਗੀ। ਉਸ ਤੋਂ ਬਾਅਦ ਪੰਜਾਬ ਜਾਂਦਾ ਹੈ। ਇਹਨਾਂ ਨੇ ਪਲੇ ਲਈ ਕਿ ਸੈਕਸ਼ਨ 78, 79, 80 ਇਹ ਰਿਵੋਕ ਕੀਤਾ ਜਾਵੇ। ਸੋ ਜਿਹੜਾ ਨੈਰੇਟਿਵ ਅਕਾਲੀ ਦਲ ਲਗਾਤਾਰ ਬਿਲਡ ਕਰ ਰਿਹਾ ਸੀ ਉਹ ਬਿਲਕੁਲ ਹੀ ਗਲਤ ਹੈ। ਤਾਂ ਮੈਂ ਕਹਿਣਾ ਹੁੰਦਾ ਕਿ ਅਕਾਲੀ ਦਲ ਨੇ ਗੱਦਾਰੀ ਕੀਤੀ ਹੈ। 1980 ਚ ਸਰਕਾਰਾਂ ਫਿਰ ਬਦਲ ਜਾਂਦੀਆਂ। ਮਿਸੇਜ ਗਾਂਧੀ ਫਿਰ ਇੰਟਰਵੀਨ ਕਰਦੀ 81 ਦੇ ਵਿੱਚ। ਹਰਿਆਣਾ, ਪੰਜਾਬ ਤੇ ਰਾਜਸਥਾਨ ਦਾ ਸੀਐਮ ਨੂੰ ਬੁਲਾ ਕੇ ਇੱਕ ਜਾਲੀ ਐਗਰੀਮੈਂਟ ਸਾਈਨ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਆਪਣਾ ਕੇਸ ਸੁਪਰੀਮ ਕੋਰਟ ਚ ਵਿਡਰਾ ਕਰ ਲੈਂਦਾ ਹੈ। ਇਹ ਬਿਲਕੁਲ ਠੀਕ ਹੈ ਇਹਨਾਂ ਨੈਰੇਟਿਵ ਅਕਾਲੀ ਦਲ ਦਾ ਕਿ ਅੰਡਰ ਪ੍ਰੈਸ਼ਰ ਸਾਰਾ ਕੁਝ ਹੋਇਆ, ਬਿਲਕੁਲ ਅੰਡਰ ਪ੍ਰੈਸ਼ਰ ਹੋਇਆ। ਤੇ ਉਸ ਤੋਂ ਬਾਅਦ ਅਕਾਲੀ ਫਿਰ ਮੋਰਚਾ ਲਾਉਣ ਵੱਲ ਤੁਰਦੇ ਆ। ਮੋਰਚਾ ਅਕਾਲੀ ਦਲ ਦਾ 1982 ਚ ਲੱਗ ਗਿਆ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਰਾ ਕੁਝ ਆਪਣੇ ਸਾਹਮਣੇ ਹੈ। ਹੁਣ ਅਕਾਲੀ ਦਲ ਦੀ ਅੱਗੇ ਬਦਨੀਤ ਫਿਰ ਚੱਲਦੀ ਹੈ ਜਦੋਂ ਪੰਜਾਬ ਅਕਾਰਡ ਸਾਈਨ ਹੁੰਦੀ ਹੈ। ਉਹਦੇ ਚ ਅਕਾਲੀ ਦਲ ਕਮਿਟ ਕਰਦਾ ਹੈ ਇਹ ਨਹਿਰ ਬਣਾਉਣ ਵਾਸਤੇ ਕਿ ਇੰਨੇ ਸਮੇਂ ਚ ਨਹਿਰ ਅਸੀਂ ਬਣਾ ਕੇ ਦਿਆਂਗੇ। ਇਹ ਨਹਿਰ ਜਿੰਨੀ ਵੀ ਬਣੀ ਹੈ, ਜਿੰਨੀ ਵਾਰੀ ਵੀ, ਉਹ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਬਣੀ ਹੈ। ਇਹ ਬੜਾ ਅਜੀਬ ਜਿਹਾ ਐਸਪੈਕਟ ਹੈ ਸਾਰੀ ਗੱਲ ਤੇ। ਇਹ ਪਾਰਟੀ ਉਹ ਹੈ ਜਿਹੜੀ ਇਸ ਇਸ਼ੂ ਤੇ ਲੜਦੀ ਰਹੀ ਹੈ, ਲੇਕਿਨ ਇਨ ਪ੍ਰੈਕਟਿਸ ਇਹ ਬਿਲਕੁਲ ਹੀ ਉਲਟਾ ਕੰਮ ਹੈ। ਨਹਿਰ ਬਣੀ ਇਹਨਾਂ ਦੇ ਵਕਤ ਤੇ ਹੀ ਹੈ ਔਰ ਜਦੋਂ ਰੁਕਦੀ ਹੈ ਉਹ ਤਾਂ ਫਿਰ ਬੰਦੂਕ ਦੀ ਨਾਲੀ ਨੇ ਰੋਕੀ। ਉਸ ਤੋਂ ਬਾਅਦ ਅੱਜ ਤੱਕ ਬਣੀ ਨਹੀਂ। ਸੋ ਇਹਦੀ ਬੈਕਗਰਾਉਂਡ ਪਾਣੀ ਦੀ ਮਸਲੇ ਦੀ ਇਹ ਹੈ। ਹੁਣ ਮੈਂ ਲਾਉਂਗਾ ਰਾਈਪੇਰੀਅਨ, ਮੈਂ ਜਾਣ ਕੇ ਬਰੀਫ ਰੱਖਿਆ ਇਹਨੂੰ। ਰਾਈਪੇਰੀਅਨ ਦੀ ਸਮੱਸਿਆ ਕੀ ਹੈ ਪੰਜਾਬ ਦੀ? ਭਾਖੜਾ ਪ੍ਰੋਜੈਕਟ ਪਹਿਲੀ ਵਾਰੀ ਕਨਸੀਵ ਕੀਤਾ ਜਾਂਦਾ 1908 ਦੇ ਵਿੱਚ, ਮਤਲਬ ਇਹ ਸਕੀਮ ਬਣਨੀ ਸ਼ੁਰੂ ਹੁੰਦੀ ਹੈ ਤੇ 1919 ਦੇ ਵਿੱਚ ਪਹਿਲੀ ਵਾਰ ਸਕੀਮ ਬਣਦੀ ਹੈ। ਉਸ ਸਕੀਮ ਦੇ ਵਿੱਚ ਰਾਜਸਥਾਨ ਨਾਲ ਰੱਖਿਆ ਜਾਂਦਾ ਹੈ। ਬੀਕਾਨੇਰ ਦਾ ਏਰੀਆ ਭਾਖੜਾ ਨੇ ਇਰੀਗੇਟ ਕਰਨਾ ਸੀ। ਸੋ ਜਿਹੜਾ ਰਾਈਪੇਰੀਅਨ ਦਾ ਇਸ਼ੂ ਹੈ ਉਹ ਉੱਥੇ ਹੀ ਖਤਮ ਹੋ ਗਿਆ। ਗੱਲ ਰਾਇਲਟੀ ਦੀ ਨਹੀਂ ਹੈ ਇਸ ਸਟੇਜ ਤੇ। ਉਹ ਪਲਾਨ ਅੱਗੇ ਨਹੀਂ ਤੁਰੀ। ਉਸ ਤੋਂ ਬਾਅਦ ਰਾਜਸਥਾਨ ਨੂੰ ਪਾਣੀ ਚਾਹੀਦਾ ਸੀ। 1926 ਦੇ ਵਿੱਚ ਗੰਗ ਕਨਾਲ ਚੋਂ ਉਹਨਾਂ ਨੇ ਪਾਣੀ ਲਿਆ ਤੇ ਉਹਦੀ ਰਾਇਲਟੀ ਦਿੱਤੀ। ਉਸ ਤੋਂ ਪਹਿਲਾਂ ਸਰਹੰਦ ਕਨਾਲ ਬਣਦੀ ਹੈ। ਸਰਹੰਦ ਕਨਾਲ ਇਰੀਗੇਟ ਕਰਦੀ ਹੈ ਉਹ ਏਰੀਆ ਜਿਹੜਾ ਨਾਨ ਰਾਈਪੇਰੀਅਨ ਗਿਣਿਆ ਜਾਂਦਾ ਸੀ ਕਿਉਂਕਿ ਉਹ ਪਟਿਆਲਾ ਸਟੇਟ ਦਾ ਪਾਰਟ ਸੀ। ਉਹ ਨਹਿਰ ਬਣਾਉਣ ਦਾ ਖਰਚਾ ਮੇਨਲੀ ਪਟਿਆਲਾ ਸਟੇਟ ਨੇ ਦਿੱਤਾ ਸੀ, ਪਰ ਉਸ ਨਹਿਰ ਤੇ ਪਟਿਆਲਾ ਸਟੇਟ ਨੇ ਰਾਇਲਟੀ ਦਿੱਤੀ ਸੀ। 1947 ਦੇ ਵਿੱਚ ਆ ਕੇ ਜਦੋਂ ਸਰਹੰਦ ਕਨਾਲ ਦਾ ਐਗਰੀਮੈਂਟ ਰੀਨਿਊ ਹੁੰਦਾ ਹੈ ਔਰ ਰਾਇਲਟੀ ਦੀ ਕਲਾਸ ਰੱਖੀ ਜਾਂਦੀ ਹੈ ਔਰ 47 ਦੇ ਵਿੱਚ ਹਿੰਦੁਸਤਾਨ ਡਿਵਾਈਡ ਹੋ ਜਾਂਦਾ ਹੈ। ਹਿੰਦੁਸਤਾਨ ਕਾਹਦਾ ਡਿਵਾਈਡ ਆ? ਪੰਜਾਬ ਡਿਵਾਈਡ ਹੋਇਆ। ਪੰਜਾਬ ਦੇ ਦਰਿਆ ਡਿਵਾਈਡ ਹੋਏ, ਅਨਨੈਚੁਰਲ ਡਿਵੀਜ਼ਨ ਸੀ ਸਾਰੀ। ਤੇ ਜਿਹੜਾ ਸਭ ਤੋਂ ਪਹਿਲਾ ਇਸ਼ੂ ਸਾਹਮਣੇ ਆਉਂਦਾ ਡਿਵੀਜ਼ਨ ਦਾ ਆਫਟਰ ਇਫੈਕਟ, ਉਹ ਪਾਣੀ ਸੀ, ਹੋਰ ਕੋਈ ਨਹੀਂ। ਰਿਫਿਊਜੀ ਤਾਂ ਆ ਜਾ ਰਹੇ ਸੀਗੇ, ਸਾਰੀ ਮਾਈਗ੍ਰੇਸ਼ਨ ਹੋ ਰਹੀ ਸੀ, ਉਹ ਵੱਖਰਾ ਇਸ਼ੂ ਸੀਗਾ। ਨਾਲ ਹੀ ਪਾਣੀ ਦਾ ਇਸ਼ੂ ਆ ਗਿਆ। ਇਧਰੋਂ ਪਾਣੀ ਪੰਜਾਬ ਨੇ ਇਹਨਾਂ ਦਾ ਪਾਣੀ ਰੋਕਤਾ।
ਗੱਲਬਾਤ ਚੱਲੀ, ਦੋਹਾਂ ਪੰਜਾਬਾਂ ਦੀ ਗੱਲਬਾਤ ਚੱਲਦੀ, 2-3 ਵਾਰੀ ਗੱਲਬਾਤ ਇਹਨਾਂ ਦੀ ਹੁੰਦੀ ਹੈ, ਤੇ ਉਹਦੇ ਨਾਲ ਹੀ ਕਸ਼ਮੀਰ ਦਾ ਇਸ਼ੂ ਸ਼ੁਰੂ ਹੋ ਜਾਂਦਾ ਹੈ। ਵਰਲਡ ਵਾਰ ਸੈਕੰਡ ਤੋਂ ਬਾਅਦ ਕਸ਼ਮੀਰ ਪਹਿਲਾ ਕਨਫਲਿਕਟ ਜ਼ੋਨ ਇਮਰਜ ਹੋ ਰਿਹਾ ਸੀ। ਇੱਥੇ ਦੁਨੀਆ ਵੀ ਡਰ ਗਈ, ਸਾਰੇ ਵਰਲਡ ਬੈਂਕ ਵਾਲੇ ਵੀ ਡਰ ਗਏ। ਗੱਲ ਚਲਦੀ ਚਲਦੀ ਅਲਟੀਮੇਟਲੀ ਵਰਲਡ ਬੈਂਕ ਨੇ 1952 ਚ ਐਂਟਰ ਕੀਤਾ ਇਸ ਫੀਲਡ ਦੇ ਵਿੱਚ, ਕਿ ਤਾਂ ਕਿ ਇਹ ਕਸ਼ਮੀਰ ਦਾ ਇਸ਼ੂ ਇੰਨਾ ਨਾ ਉਲਝ ਜਾਏ ਕਿ ਨਵਾਂ ਕਨਫਲਿਕਟ ਜ਼ੋਨ ਬਣ ਜਾਏ। ਨਾਲ ਇਹਦਾ ਪਾਣੀ ਭੇਜਿਆ ਸੀ, ਪਾਣੀ ਦਾ ਇਸ਼ੂ ਨਾਲ ਹੈ ਇਹਦੇ। ਉਹ ਚਲਦੀ ਚਲਦੀ ਗੱਲ ਦੋਵਾਂ ਦੇਸ਼ਾਂ ਦੀ ਜਿਹੜੀ ਡਿਵੀਜ਼ਨ ਸੀ 1955 1960 ਇੰਡਸ ਵਾਟਰ ਟ੍ਰੀਟੀ ਸਾਈਨ ਹੁੰਦੀ ਹੈ। ਉਸ ਤੋਂ ਪਹਿਲਾਂ 1955 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਸਕੀਮ ਬਣਾਈ ਜਿਹਦੇ 'ਚ ਪਾਣੀ ਦੀ ਵੰਡ ਕੀਤੀ। ਉਹ ਇਸ ਕਰਕੇ ਸੀ ਕਿ ਸ਼ੋਅ ਕਰਨਾ ਸੀ ਕਿ ਪੰਜਾਬ ਜਾਂ ਹਿੰਦੁਸਤਾਨ ਨੂੰ ਇਹਨਾਂ ਦਰਿਆਵਾਂ ਚੋਂ ਕਿੰਨੇ ਪਾਣੀ ਦੀ ਲੋੜ ਹੈ, ਕਿਉਂਕਿ ਵਰਲਡ ਬੈਂਕ ਦਾ ਇਹ ਸੀ ਕਿ ਜਿਹਨੂੰ ਜਿੰਨਾ ਪਾਣੀ ਚਾਹੀਦਾ ਹੈ ਉਹ ਆਪਣੀ ਅਸੈਸਮੈਂਟ ਸਾਨੂੰ ਕਰਕੇ ਦੇਵੇ। ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਸਰਕਾਰ ਨੂੰ ਲਿਖਿਆ ਵੀ ਤੁਸੀਂ ਆਪਣਾ ਪਲਾਨ ਬਣਾ ਕੇ ਦੱਸੋ ਵੀ ਤੁਹਾਨੂੰ ਕਿੰਨਾ ਪਾਣੀ ਚਾਹੀਦਾ ਹੈ। ਉਦੋਂ ਤੱਕ ਭਾਖੜਾ ਨਹਿਰ ਬਣ ਚੁੱਕੀ ਸੀ, ਵੈਸਟਰਨ ਯਮੁਨਾ ਕੈਨਾਲ ਬਹੁਤ ਪੁਰਾਣੀ ਚੱਲ ਰਹੀ ਸੀ, ਬਾਕੀ ਦਾਰਾ ਪੰਜਾਬ 'ਚ ਸਰਹੰਦ ਨਹਿਰ ਤੇ UBDC ਇਹ ਚੱਲ ਰਹੀਆਂ ਸੀ। ਉਦੋਂ ਫਿਰ ਸਾਰਾ ਅਸੈਸ ਕੀਤਾ ਗਿਆ ਕਿ ਇਸ ਏਰੀਆ ਨੂੰ ਕਿੰਨਾ ਪਾਣੀ ਚਾਹੀਦਾ ਹੈ। ਔਰ ਜੇ ਇੱਕ ਕਲਾਸ ਹੋਰ ਸੀ ਬਹੁਤ ਇੰਟਰਸਟਿੰਗ, ਕਿ ਪਾਣੀ ਉੱਥੇ ਯੂਟੀਲਾਈਜ਼ ਕੀਤਾ ਜਾਏਗਾ ਜਿੱਥੇ ਗ੍ਰੈਵਿਟੀ ਫਲੋ ਹੋਏਗਾ। ਹਰਿਆਣਾ ਪੰਜਾਬ ਦਾ ਪਾਰਟ ਸੀ, ਜਿੱਥੇ ਜਿੱਥੇ ਉਸ ਏਰੀਏ ਦੇ ਵਿੱਚ ਗ੍ਰੈਵਿਟੀ ਫਲੋ ਸੀ ਉੱਥੇ ਉੱਥੇ ਪਾਣੀ ਭਾਖੜਾ ਔਰ UBDC ਦਾ ਜਾ ਰਿਹਾ ਸੀ, ਉਹਦਾ ਵੈਸਟਰਨ ਯਮੁਨਾ ਕੈਨਾਲ ਦਾ ਜਾ ਰਿਹਾ ਸੀਗਾ। ਸੋ ਥਰੂ ਗ੍ਰੈਵਿਟੀ ਕਨਾਲ ਉਧਰ ਪਾਣੀ ਹੋਰ ਦਿੱਤਾ ਹੀ ਨਹੀਂ ਜਾ ਸਕਦਾ ਸੀ। ਪੰਜਾਬ ਨੇ ਆਪਣੀ ਸਕੀਮ ਕੋਈ ਬਣਾਈ ਨਹੀਂ ਹੋਰ ਨਵੀਂ। ਸੋ ਰਾਜਸਥਾਨ ਨੂੰ ਪਾਣੀ ਵੱਧ ਤੋਂ ਵੱਧ ਜਿੰਨਾ ਦਿੱਤਾ ਜਾ ਸਕਦਾ ਸੀ ਫਿਰ ਉਹਨਾਂ ਨੇ ਉੱਥੋਂ ਦਿੱਤਾ। ਉਹਦੀ ਬੈਕਗਰਾਉਂਡ ਇਹ ਹੈ, ਜੇ ਪੰਜਾਬ ਨੇ ਆਪਣੀ ਸਕੀਮ ਬਣਾਈ ਹੁੰਦੀ ਕਿ ਸਾਨੂੰ ਇੰਨਾ ਪਾਣੀ ਹੋਰ ਚਾਹੀਦਾ ਹੈ ਤੇ ਇਹਨਾਂ ਨੂੰ ਮਿਲ ਜਾਣਾ ਸੀ। ਸੋ ਪੰਜਾਬ ਨੇ ਮੰਗਿਆ ਨਹੀਂ, ਜਿੰਨਾ ਮੰਗਿਆ ਉਹਨਾਂ ਨੇ ਉਹਨਾਂ ਐਲੋਕੇਟ ਕਰਤਾ। 9 ਪੁਆਇੰਟ ਸਮਥਿੰਗ ਸੀਗਾ, ਉਧਰ 8 ਪੁਆਇੰਟ ਕੁਛ ਜਾਂਦਾ ਰਾਜਸਥਾਨ ਨੂੰ, 17.17 ਸੀ ਸਾਰਾ। ਸੋ ਇਸ ਹਿਸਾਬ ਨਾਲ ਇਹਨਾਂ ਦੀ ਡਿਵੀਜ਼ਨ ਹੋਈ ਸੀ ਸਾਰੀ। ਸੋ ਇਸ਼ੂ ਬੇਸਿਕ ਹੈ, ਜੇ ਪੰਜਾਬ ਆਪਣੀ ਸਕੀਮ ਕਿਉਂ ਨਹੀਂ ਬਣਾ ਸਕਿਆ। ਦੂਸਰਾ ਐਸਪੈਕਟ ਜਿਹੜਾ ਗ੍ਰੈਵਿਟੀ ਕਨਾਲ ਦਾ ਮੈਂ ਬਾਅਦ ਚੋਂ ਚਾਹੁੰਦਾ, ਇਹ ਜਿਹੜਾ ਗ੍ਰੈਵਿਟੀ ਕਨਾਲ ਦਾ ਐਸਪੈਕਟ ਹੈ ਇਹ ਰਾਜਸਥਾਨ ਤੇ ਵੀ ਲਾਗੂ ਹੁੰਦਾ ਸੀ, ਇਕੱਲੇ ਪੰਜਾਬ ਤੇ ਨਹੀਂ ਸੀ ਹੁੰਦਾ। ਨਾਲ ਹੀ ਰਾਜਸਥਾਨ ਕਨਾਲ ਬਣਨੀ ਸ਼ੁਰੂ ਹੋ ਗਈ ਇੰਡਸ ਵਾਟਰ ਟ੍ਰੀਟੀ ਸਾਈਨ ਕਰਨ ਤੋਂ ਪਹਿਲਾਂ ਹੀ, ਕਿਉਂਕਿ ਯੂਟੀਲਾਈਜੇਸ਼ਨ ਸ਼ੋ ਕਰਨੀ ਸੀ। ਲੇਕਿਨ ਹੋਇਆ ਹੈ ਕਿ ਉਸ ਕਨਾਲ ਦੇ ਵਿੱਚੋਂ ਵੀ ਇੱਕ ਸਟੇਜ ਤੋਂ ਬਾਅਦ ਲਿਫਟ ਇਰੀਗੇਸ਼ਨ ਸ਼ੁਰੂ ਕਰ ਦਿੱਤੀ ਗਈ। ਉਹ ਜਿਹੜਾ ਬੇਸਿਕ ਕਨਸੈਪਟ ਸੀ ਉਹ ਸਾਰੀ ਚੇਂਜ ਹੋ ਗਈ। ਜਦੋਂ ਲਿਫਟ ਇਰੀਗੇਸ਼ਨ ਦੀ ਸਾਰੀ ਜੋ ਗ੍ਰੈਵਿਟੀ ਫਲੋ ਦੀ ਕੰਡੀਸ਼ਨ ਆਈ ਸੀਗੀ, ਉਹਦੇ ਵਿੱਚੋਂ ਹਰਿਆਣਾ ਸਾਰਾ ਹੀ ਬਾਹਰ ਹੋ ਗਿਆ ਸੀ। ਜਿਹੜਾ ਪਾਣੀ ਬਚ ਗਿਆ ਸੀ ਬਾਕੀ ਸਾਰਾ ਉਹ ਪੰਜਾਬ ਵਾਸਤੇ ਸੀ, ਕਿ ਜਦੋਂ ਸਕੀਮ ਬਣਾਉਣਗੇ ਇਹ ਯੂਟੀਲਾਈਜ਼ ਕਰ ਲੈਣਗੇ। ਇਹ ਚੋਂ ਹਰਿਆਣੇ 'ਚ ਜਾ ਨਹੀਂ ਸਕਦਾ ਕਿਉਂਕਿ ਗ੍ਰੈਵਿਟੀ ਫਲੋ ਨਹੀਂ ਹੈ। ਹਰਿਆਣੇ ਨੇ ਵੀ ਬਾਅਦ ਦੇ ਵਿੱਚ ਲਿਫਟ ਇਰੀਗੇਸ਼ਨ ਸਕੀਮ ਸ਼ੁਰੂ ਕੀਤੀਆਂ ਸੀ। ਸੋ ਇਹ ਬੇਸਿਕ ਨੁਕਤਾ ਹੈ ਸਾਰੀ ਗੱਲ ਤੇ ਆ ਕੇ, ਕਿ ਜਦੋਂ ਉਸ ਏਰੀਏ ਵਾਸਤੇ ਪਾਣੀ ਸਪੇਅਰ ਹੀ ਨਹੀਂ ਕੀਤਾ ਗਿਆ ਤੇ ਉਹਨੂੰ ਬਾਅਦ ਦੇ ਵਿੱਚ ਉਹ ਪਾਣੀ ਕਿਉਂ ਦਿੱਤਾ ਗਿਆ। ਈਵਨ ਐਜ਼ ਸਕਸੈਸਰ ਸਟੇਟ ਉਸ ਐਂਗਲ ਤੋਂ ਇਹਦਾ ਕੋਈ ਰਾਈਟ ਨਹੀਂ ਹੈ। ਕੰਵਰ ਸੈਨ ਉਦੋਂ ਚੀਫ ਇੰਜੀਨੀਅਰ ਹੋਇਆ ਕਰਦੇ ਸੀ ਕਿਸੇ ਵੇਲੇ ਰਾਜਸਥਾਨ ਦੇ, ਜਿਹੜੇ ND ਘੁਲਾਟੀ ਤੇ ਕੰਵਰ ਸੈਨ ਦੋ ਚੀਫ ਇੰਜੀਨੀਅਰ ਸੀ ਜਿਹੜੇ ਸਾਰੀ ਗੱਲ ਦੇ ਵਿੱਚ ਐਕਟਿਵ ਰਹੇ, ਸਾਰੇ ਨੈਗੋਸ਼ੀਏਸ਼ਨ ਦਾ ਪਾਰਟ ਸੀਗੇ। ਸੋ ਕੰਵਰ ਸੈਨ ਨੇ 1982 ਦੇ ਵਿੱਚ 2 ਆਰਟੀਕਲ ਲਿਖੇ ਇੰਡੀਅਨ ਪ੍ਰੈਸ ਦੇ ਵਿੱਚ, ਉਹਨਾਂ ਨੇ ਐਕਸਪਲੇਨ ਕੀਤਾ। ਉਹ ਕਹਿੰਦੇ ਵੀ ਹਰਿਆਣੇ ਦਾ ਰਾਈਟ ਹੀ ਕੋਈ ਨਹੀਂ। ਪੰਜਾਬ ਨੇ ਜੇ ਆਪਣਾ ਕੇਸ ਰੀਓਪਨ ਕਰਾਉਣਾ ਹੈ ਤਾਂ ਉਸ ਕਲਾਸ ਨੂੰ ਇਨਵੋਕ ਕਰਨ ਜਿਹੜੀ ਗ੍ਰੈਵਿਟੀ ਕਲਾਸ ਸੀ। ਜੇ ਗ੍ਰੈਵਿਟੀ ਫਲੋ ਨਹੀਂ ਹੈ ਹਰਿਆਣੇ ਦਾ ਰਾਈਟ ਕੋਈ ਨਹੀਂ, ਪਾਣੀ ਹਰਿਆਣੇ ਵਾਸਤੇ ਰੱਖਿਆ ਹੀ ਨਹੀਂ ਸੀ। ਸੋ ਇਸ ਤਰੀਕੇ ਨਾਲ ਸਾਰਾ ਤੰਤਰ ਚੱਲਦਾ ਹੈ ਟਾਈਮ ਟੂ
ਮਾਫ ਕਰਨਾ। ਤੇ ਹਾਂਜੀ ਭਾਜੀ, ਸਰਦਾਰ ਜਗਤਾਰ ਸਿੰਘ ਜੀ, ਉੱਥੋਂ ਹੀ ਗੱਲ ਸ਼ੁਰੂ ਕਰ ਲਓ ਜਿੱਥੇ ਤੁਸੀਂ ਛੱਡੀ ਸੀ। ਹਾਂਜੀ, ਆਪਾਂ ਗੱਲ ਕੀਤੀ ਸੀ ਵੀ ਜਿਹੜੀ ਇਹ ਨਹਿਰ ਬਣਾਉਣ ਦੀ ਕਮਿਟਮੈਂਟ ਹੈ ਉਹ ਹਮੇਸ਼ਾ ਅਕਾਲੀ ਦਲ ਦੀ ਹੀ ਹੋਈ ਹੈ। ਦੇਖੋ, ਤੀਲੀ ਲਾਈ ਮਿਸਿਸ ਗਾਂਧੀ ਨੇ 76 ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਤਾਂ ਸਾਰਾ ਕੰਮ ਨਹਿਰ ਤਾਂ ਜਦੋਂ ਵੀ ਨਹਿਰ ਬਣੀ ਹੈ ਇਹ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬਣੀ ਹੈ। ਮੈਂ ਹੁਣ ਅੱਗੇ ਚੱਲੂੰਗਾ। ਬਿਆਨ ਸਿੰਘ ਦੀ ਸਰਕਾਰ ਸੀ, ਉਹਦੇ ਚ 94 ਦੇ ਵਿੱਚ ਇੱਕ ਮੀਟਿੰਗ ਹੋਈ ਇਸ ਇਸ਼ੂ ਤੇ ਸਾਰੇ ਤੇ, ਉਹ ਨੋਟ ਮੇਰੇ ਕੋਲੇ ਪਿਆ ਹੈ ਤੇ ਉਹਦੇ ਚ ਪਹਿਲੀ ਵਾਰੀ ਇਹ ਸਾਰਾ ਕੇਸ ਇਨ ਡਿਟੇਲ ਰਿਕਾਰਡ ਤੇ ਲਿਆਂਦਾ ਗਿਆ ਸੀਗਾ। ਤੇ ਉਹਨਾਂ ਦਿਨਾਂ ਵਿੱਚ ਹੀ, ਉਸ ਤੋਂ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੀ। ਹਰਚਰਨ ਬਰਾੜ ਉਦੋਂ ਇਰੀਗੇਸ਼ਨ ਮਿਨਿਸਟਰ ਹੁੰਦੇ ਸੀਗੇ, ਉਹਨਾਂ ਨੇ ਪੰਜਾਬ ਦਾ ਕੇਸ ਪਹਿਲੀ ਵਾਰ ਪ੍ਰੋਪਰਲੀ ਪੁੱਟ ਅਪ ਕੀਤਾ ਸੀ। ਉਸ ਤੋਂ ਪਹਿਲਾਂ ਪੰਜਾਬ ਨੇ ਕਦੇ ਉਸ ਢੰਗ ਨਾਲ ਆਪਣਾ ਕੇਸ ਦੱਸਿਆ ਨਹੀਂ ਸੀ। ਹੁਣ ਕੇਸ ਕੀ ਹੈ? ਅਵਤਾਰ ਜੀ, ਜਿਸ ਸਟੇਟ ਦੇ 3 ਦਰਿਆ ਹੋਣ ਤੇ ਉਹਦੀ ਜਿਹੜੀ 70% ਇਰੀਗੇਸ਼ਨ ਹੋਵੇ ਉਹ ਬਾਈ ਟਿਊਬਵੈਲ ਹੋਵੇ, ਇਹੀ ਗੱਲ ਪੱਲੇ ਨਹੀਂ ਪੈਂਦੀ ਨਾ। ਔਰ ਇਸ ਸਟੇਟ ਦੀ ਆਲਮੋਸਟ ਟੋਟਲ ਜਿਹੜੀ ਲੈਂਡ ਹੈ ਉਹ ਅੰਡਰ ਇਰੀਗੇਸ਼ਨ ਹੈ, ਅੰਡਰ ਕਲਟੀਵੇਸ਼ਨ ਹੈ। ਔਰ ਜਿਹੜੀ ਅੰਡਰ ਕਲਟੀਵੇਸ਼ਨ ਹੈ ਉਹਦਾ 19.9% ਅੰਡਰ ਇਰੀਗੇਸ਼ਨ ਹੈ। ਤੁਹਾਨੂੰ ਇੰਨੀ ਇੰਟੈਂਸਿਟੀ ਹਿੰਦੁਸਤਾਨ ਦੇ ਕਿਸੇ ਖਿੱਤੇ ਦੇ ਵਿੱਚ ਨਹੀਂ ਮਿਲਦੀ। ਔਰ ਦਰਿਆ ਵੀ ਆਪਣੇ ਹੋਣ, ਕਿ ਅਸੀਂ ਸੈਂਟਰ ਨੂੰ ਕਦੇ ਇਹ ਸਮਝਾ ਹੀ ਨਹੀਂ ਸਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਵੀ ਸਾਡੇ 3 ਦਰਿਆ ਹੋਣ ਔਰ ਸਾਡੀ ਹੀ ਜ਼ਮੀਨ ਅੰਡਰ ਟਿਊਬਵੈਲ ਇਰੀਗੇਸ਼ਨ ਹੋਵੇ। ਇਹ ਇੰਟੈਂਸਿਟੀ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਆ ਕੇ ਸ਼ੁਰੂ ਹੁੰਦੀ ਹੈ। ਗ੍ਰੀਨ ਰੈਵੋਲੂਸ਼ਨ ਤੇ ਪੰਜਾਬ ਦੇ ਪਾਣੀਆਂ ਦਾ ਦੁਖਾਂਤ ਇਹ ਆਲਮੋਸਟ ਇਕੱਠੇ ਹੀ ਸ਼ੁਰੂ ਹੁੰਦੇ ਆ। ਟਿਊਬਵੈਲ ਲੱਗਣੇ ਸ਼ੁਰੂ ਹੋਏ ਤੇ ਜਾਂ ਤਾਂ ਉਸ ਵੇਲੇ ਪੰਜਾਬ ਵਾਲੇ ਕੋਈ ਨਹਿਰ ਆਪਣੀ ਪਲਾਨ ਕਰਦੇ, ਇਹਨਾਂ ਨੇ ਕੁਝ ਨਹੀਂ ਕੀਤਾ। 92 ਦੇ ਜਦੋਂ ਇਹ ਬਿਆਨ ਸਿੰਘ ਦੀ ਸਰਕਾਰ ਸੀ, ਉਦੋਂ ਹਰਚਰਨ ਬਰਾੜ ਹੋਰਾਂ ਨੇ ਜਾ ਕੇ ਕੇਸ ਪੁੱਟ ਅਪ ਕੀਤਾ ਵੀ ਸਾਡੀ ਇੰਨਾ ਸਾਡਾ ਪਾਣੀ ਸੀਗਾ, ਇੰਨੇ ਦਰਿਆ ਸੀ, ਇੰਨੀ ਸਾਡੀ ਜ਼ਮੀਨ ਅੰਡਰ ਕਲਟੀਵੇਸ਼ਨ ਹੈ ਔਰ ਇੰਨੀ ਅਸੀਂ ਅੰਡਰ ਟਿਊਬਵੈਲ ਇਰੀਗੇਟ ਕਰ ਰਹੇ ਹਾਂ। ਬਿਜਲੀ ਨਾਲ ਤਾਂ ਚਲੋ ਤੁਹਾਡੀ ਫ੍ਰੀ ਪਾਵਰ ਤਾਂ ਬਾਅਦ ਚ ਹੋਈ, ਉਹ ਤਾਂ ਡੀਜ਼ਲ ਟਿਊਬਵੈਲ ਵੀ ਸੀਗੇ। ਉਹ ਗਿਣਤੀ ਸਾਰੀ ਪਈ ਹੈ ਵੀ ਉਸ ਵੇਲੇ ਕਿੰਨੇ ਡੀਜ਼ਲ ਟਿਊਬਵੈਲ ਸੀ, ਕਿੰਨੇ ਇਲੈਕਟ੍ਰਿਸਿਟੀ ਟਿਊਬਵੈਲ ਸੀ। ਉਹ ਜਿਹੜੀ ਡੀਜ਼ਲ ਪਾਵਰ ਸੀਗੀ, ਡੀਜ਼ਲ ਟਿਊਬਵੈਲ ਸੀ, ਉਹ ਤਾਂ ਕਾਸਟਲੀ ਬਹੁਤ ਪੈਂਦੇ ਆ। ਕਿੱਥੇ ਪਾਣੀ ਆਲਮੋਸਟ ਫ੍ਰੀ ਹੋਵੇ, ਕਿੱਥੇ ਕਿਸਾਨ ਆਪਣੀ ਜ਼ਮੀਨ ਨੂੰ ਇਰੀਗੇਟ ਕਰਨ ਵਾਸਤੇ ਇੰਨਾ ਪੈਸਾ ਖਰਚ ਰਿਹਾ ਹੋਵੇ। ਇਹ ਹੁਣ ਕਸੂਰ ਕਿਹਦਾ ਹੈ ਅਵਤਾਰ ਜੀ? ਮੇਰੇ ਤਾਂ ਪੱਲੇ ਹੀ ਪਈ ਕਦੇ ਗੱਲ। ਇਹ ਅਸੀਂ ਫੋਰਸਫੁਲੀ ਸੈਂਟਰ ਨੂੰ ਤੇ ਸੁਪਰੀਮ ਕੋਰਟ ਨੂੰ ਅੱਜ ਤੱਕ ਕਿਉਂ ਸਮਝਾ ਨਹੀਂ ਸਕੇ? ਜਦੋਂ ਇਹ ਡਿਵੀਜ਼ਨ ਹੋਈ ਸੀ ਉਦੋਂ ਵੀ ਅਸੀਂ ਕਿਉਂ ਨਹੀਂ ਸਮਝਾ ਸਕੇ ਇਸ ਚੀਜ਼ ਨੂੰ? ਕੋਈ ਵੀ ਇਨਸਾਨ ਆਪਣੇ ਬੱਚੇ ਦੇ ਮੂੰਹੋਂ ਕੱਢ ਕੇ ਰੋਟੀ ਪੜੋਸੀਆਂ ਦੇ ਮੂੰਹ 'ਚ ਨਹੀਂ ਪਾਉਂਦਾ ਹੁੰਦਾ ਜੇ ਆਪਣੇ ਭੁੱਖੇ ਮਰ ਰਹੇ ਹੋਣ। ਤਾਂ ਸਾਡੀ ਸਿਚੁਏਸ਼ਨ ਇਹ ਹੈ ਇਸ ਵੇਲੇ। ਤੇ ਫਿਰ ਉਸ ਮੀਟਿੰਗ ਦੇ ਵਿੱਚ ਇਹ ਗੱਲ ਚੱਲੀ ਕਿ ਜਿਹੜੇ ਪੁਰਾਣੇ ਅਕਾਰਡ ਤੇ ਅਵਾਰਡ ਹੈ ਇਹ ਸਾਰੇ ਰਿਜੈਕਟ ਕੀਤੇ ਜਾਣ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਫੈਸਲਾ ਕੀਤਾ, ਉਹਦੇ ਬੈਕਗਰਾਉਂਡ 1994 ਦੀ ਮੀਟਿੰਗ ਦੇ ਵਿੱਚ ਪਈ ਰਿਕਾਰਡ ਤੇ ਪਿਆ ਸਾਰਾ ਕੁਝ। 97 ਦੇ ਵਿੱਚ ਅਵਤਾਰ ਚ ਸਰਕਾਰ ਆ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ। ਜੇ 94 ਦੇ ਵਿੱਚ ਇਹ ਗੱਲ ਰਿਕਾਰਡ ਤੇ ਆ ਗਈ ਸੀ ਕਿ ਇਹ ਰਿਜੈਕਟ ਹੋਣੇ ਚਾਹੀਦੇ ਹੈ, ਤੇ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਇਹ ਕਦਮ ਕਿਉਂ ਨਹੀਂ ਪੁੱਟਿਆ? ਪਹਿਲਾ ਇਸ਼ੂ ਇਹ ਹੈ। ਜਦੋਂ ਸਿਰ ਤੇ ਆ ਪਈ 2004 ਦੇ ਵਿੱਚ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਡੇਅਰ ਕੀਤਾ ਤੇ ਪਿਛਲੇ ਵਾਰ ਸਾਰੇ ਰਿਜੈਕਟ ਕਰਤੇ। ਉਹ ਨਹਿਰ ਰੁਕ ਗਈ। ਉਦੋਂ ਇਸ਼ੂ ਅੱਜ ਇਹ ਨਹੀਂ ਹੈ ਕਿ ਉਹ ਸੁਪਰੀਮ ਕੋਰਟ ਚ ਉਹਦਾ ਕੀ ਬਣਿਆ, ਉਸ ਐਕਟ ਦਾ ਅਲਟੀਮੇਟਲੀ ਨਹਿਰ ਰੁਕ ਗਈ। ਇਹ ਕਿਸਾਨੀ ਦੇ ਮਾਮਲੇ ਚ ਵੀ ਹੁਣ ਇਹ ਗੱਲ ਅੱਗੇ ਚੱਲ ਰਹੀ ਹੈ। ਉਹ ਨਹਿਰ ਮੁੜ ਕੇ ਨਹੀਂ ਬਣੀ।
ਤੇ 2004 ਦੇ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਸੀ ਸੈਕਸ਼ਨ 5, ਜਿਹਦੇ ਅੰਡਰ ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ ਉਹਨੂੰ ਕਨਸਟੀਟਿਊਸ਼ਨਲ ਗਰੰਟੀ ਦਿੱਤੀ ਗਈ। ਇਹ ਇੱਕ ਵਰਚੁਅਲੀ ਕਵਰ ਅਪ ਹੈ, ਉਹ ਪਾਣੀ ਰੋਕਿਆ ਨਹੀਂ ਜਾ ਸਕਦਾ। ਜਿਹੜਾ ਜਾ ਰਿਹਾ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਉਹ ਤਾਂ ਜਾਣਾ ਹੀ ਜਾਣਾ ਹੈ, ਕੋਈ ਵੀ ਨਹੀਂ ਰੋਕ ਸਕਦਾ। ਪਾਣੀ ਜੇ ਰੋਕੋਗੇ ਤਾਂ ਅਲਟੀਮੇਟਲੀ ਪਾਕਿਸਤਾਨ ਜਾਏਗਾ, ਹੋਰ ਤਾਂ ਕੁਝ ਕਰ ਹੀ ਨਹੀਂ ਸਕਦੇ। ਇਹਨਾਂ ਨੇ ਪ੍ਰੋਮਿਸ ਕੀਤਾ 2007 ਦੇ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਪਹਿਲੇ ਕੈਬਨਿਟ ਮੀਟਿੰਗ ਇਹ ਫੈਸਲਾ ਲਵਾਂਗੇ ਕਿ ਇਹ ਕਲਾਸ ਸੈਕਸ਼ਨ 5 ਇਹ ਰਿਵੋਕ ਕਰਾਂਗੇ ਤੇ ਅਸੈਂਬਲੀ ਦੇ ਪਹਿਲੇ ਸੈਸ਼ਨ ਦੇ ਵਿੱਚ ਇਹ ਬਿੱਲ ਅਸੀਂ ਲੈ ਕੇ ਆਵਾਂਗੇ। ਅਵਤਾਰ ਜੀ ਅੱਜ ਤੱਕ ਤਾਂ ਆਇਆ ਨਹੀਂ। ਜਿੱਥੇ ਮੈਂ ਕਹਿੰਦਾ ਵੀ ਅਕਾਲੀ ਦਲ ਗਦਾਰੀ ਕਰਦਾ ਹੈ, ਇਹ ਵੀ ਗਦਾਰੀ ਦਾ ਪਾਰਟ ਹੈ। ਤੁਸੀਂ ਲੋਕਾਂ ਨੂੰ ਕਿੰਨੀ ਦੇਰ ਤੱਕ ਬੇਵਕੂਫ ਬਣਾਈ ਜਾਓਗੇ? ਸੋ ਇਸ਼ੂ ਇਸ ਢੰਗ ਨਾਲ ਇਹ ਕੰਪਲਿਕੇਟ ਹੋਇਆ ਹੈ। ਮੈਂ ਵਾਪਸ 1.88 ਤੇ ਫਿਰ ਆਊਂਗਾ, ਕਿਉਂਕਿ ਅਸਲੀ ਇਸ਼ੂ ਤਾਂ ਉਹੀ ਹੈ। ਨਾ ਰਪੀਰਨ ਕਦੇ ਬਣਿਆ, ਨਾ बढ़ ਸਕਦਾ ਹੈ। ਇਸ ਗੱਲ ਤੇ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ। ਬਿਲਕੁਲ ਹੀ। ਕੁਝ ਸਾਲ ਪਹਿਲਾਂ ਹਰਿਆਣਾ ਦਾ ਇੱਕ ਡੈਪੂਟੇਸ਼ਨ, ਜਦੋਂ ਇਹ ਫਿਰ ਮਸਲਾ ਚੱਲਿਆ ਕੈਨਾਲ ਦਾ, ਜਦੋਂ ਅਸੀਂ ਇਹ ਨੋਟੀਫਿਕੇਸ਼ਨ ਕਰਤਾ ਕਿ ਇਹ ਆਪਣੇ ਨਹਿਰ ਦੀ ਜਿਹੜੀ ਜ਼ਮੀਨ ਸੀ ਲੋਕਾਂ ਨੂੰ ਵਾਪਸ ਦੇਣ ਦਾ, ਤੇ ਉਸ ਤੋਂ ਬਾਅਦ ਹਰਿਆਣੇ ਜੋ ਕੁਝ ਹੁੰਦਾ ਰਿਹਾ, ਡੈਪੂਟੇਸ਼ਨ ਮਿਲਦਾ ਜਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਜਿਹੜਾ ਉਹ ਮੈਮੋਰੈਂਡਮ ਦਿੰਦੇ ਆ, ਉਹ ਬਹੁਤ ਇੰਟਰਸਟਿੰਗ ਹੈ। ਉਹਦੇ ਚ ਕਹਿੰਦੇ ਆ ਵੀ ਆਹ ਮਸਲਾ ਆ ਹੈ, ਅਸੀਂ ਇੰਨਾ ਪਾਣੀ ਲੈ ਰਹੇ ਹਾਂ, ਤੇ 1.88 ਦੀ ਗੱਲ ਹੈ, ਰਿਕਾਰਡ ਤੇ ਹਰਿਆਣਾ ਕਹਿ ਰਿਹਾ। ਇੰਨਾ ਪਾਣੀ ਤਾਂ ਫਿਰ ਅਵਤਾਰ ਜੀ ਆਪਾਂ ਥਰੂ ਕੰਜ਼ਰਵੇਸ਼ਨ ਵੀ ਲੈ ਸਕਦੇ। ਅੱਜ ਕੱਲ ਤਾਂ ਟੈਕਨੀਕ ਇੰਨੇ ਲੇਟੈਸਟ ਹੈਗੇ ਹੈ ਵਾਟਰ ਕੰਜ਼ਰਵੇਸ਼ਨ ਦੇ, ਵਾਟਰ ਹਾਰਵੈਸਟਿੰਗ ਦੇ, ਇਸ ਤੋਂ ਬਹੁਤ ਜ਼ਿਆਦਾ ਪਾਣੀ ਲਿਆ ਜਾ ਸਕਦਾ ਹੈ। ਇਹ ਲੜਾਈ ਕਿਉਂ ਕੀਤੀ ਜਾ ਰਹੀ ਹੈ? ਹਰ ਸਾਲ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਇਮੋਸ਼ਨਸ, ਪੈਸ਼ਨ ਰੇਜ਼ ਕੀਤੇ ਜਾਂਦੇ ਆ ਵੋਟਾਂ ਲੈਣ ਵਾਸਤੇ। ਪੰਜਾਬ ਦੀ ਇਕਨੋਮੀ ਤਬਾਹ ਹੋ ਰਹੀ ਹੈ। ਅਸੀਂ ਪੰਜਾਬ ਦੇ ਵਿੱਚ ਟਿਊਬਵੈਲ ਫ੍ਰੀ ਕਰਤਾ, ਆਪਣੇ ਫ੍ਰੀ ਪਾਵਰ ਕਰਤੀ ਟਿਊਬਵੈਲ ਵਾਸਤੇ। ਇਹ ਸਬਸਿਡੀ ਜੇ ਕਿਸੇ ਹੋਰ ਟਕਰਾ ਦਿੰਦੇ ਤਾਂ ਪਾਣੀ ਦੀ ਤਬਾਹੀ ਗਰਾਊਂਡ ਵਾਟਰ ਦੀ ਇੰਨੀ ਨਾ ਹੁੰਦੀ। ਉਹ ਇੱਕ ਨਵੀਂ ਫੇਜ਼ ਸ਼ੁਰੂ ਹੋ ਗਈ। ਹੁਣ ਜਿਹੜੀ ਸਿਚੁਏਸ਼ਨ ਹੈ, ਜਿਸ ਤਰੀਕੇ ਨਾਲ ਪਾਣੀ ਜ਼ਮੀਨ ਚੋਂ ਕੱਢਿਆ ਜਾ ਰਿਹਾ ਹੈ, ਅਗਲੇ 20 ਸਾਲ ਦੇ ਵਿੱਚ ਤਾਂ ਸਟੱਡੀ ਹੋ ਚੁੱਕੀ ਹੈ, ਇਹ ਸਾਰੇ ਪਾਣੀ ਖਤਮ ਹੋ ਜਾਏਗਾ ਤਾਂ ਜ਼ਮੀਨ ਡੈਜ਼ਰਟ ਬਣ ਜਾਏਗੀ। ਸੋ ਪੰਜਾਬ ਤੇ ਹਰਿਆਣੇ ਵਾਸਤੇ ਇੱਕ ਹੋਲਿਸਟਿਕ ਵਾਟਰ ਪਾਲਿਸੀ ਦੀ ਲੋੜ ਹੈ। ਰਾਜਸਥਾਨ ਨਾਲ ਸ਼ਾਮਲ ਕੀਤਾ ਜਾਵੇ। ਮੈਂ ਨਾਲ ਹੋਰ ਇੱਕ ਗੱਲ ਐਡ ਕਰੂੰਗਾ। ਇੱਕ ਬੇਸਿਕ ਪ੍ਰਿੰਸੀਪਲ ਹੈ ਨਹਿਰ ਬਣਾਉਣ ਦਾ ਤੇ ਇਰੀਗੇਸ਼ਨ ਦਾ। ਪਾਣੀ ਉੱਥੇ ਦਿੱਤਾ ਜਾਂਦਾ ਹੈ ਜਿੱਥੇ ਉਹਦੀ ਜਿਹੜੀ ਆਊਟਪੁੱਟ ਹੈ ਉਹ ਮੈਕਸਿਮਮ ਹੋਵੇ। ਜੇ ਪਾਣੀ 100 ਕਿਲੋਮੀਟਰ 200 ਕਿਲੋਮੀਟਰ ਦੂਰ ਲੈ ਕੇ ਜਾਓਗੇ, ਉਹਦੀ ਕਾਸਟ ਕਿੰਨੀ ਹੋਏਗੀ? ਕੀ ਹਰਿਆਣੇ ਦੇ ਵਿੱਚ ਥਰੂ ਲਿਫਟ ਇਰੀਗੇਸ਼ਨ ਪਾਣੀ ਲਿਜਾ ਕੇ ਅਸੀਂ ਉੱਥੇ ਵੀਟ ਤੇ ਪੈਡੀ ਕਿਸ ਕਾਸਟ ਤੇ ਗਰੋ ਕਰਨੀ ਹੈ? ਇਹੀ ਗੱਲ ਰਾਜਸਥਾਨ ਤੇ ਲਾਗੂ ਹੁੰਦੀ ਹੈ। ਰਾਜਸਥਾਨ ਕਨਾਲ ਦਾ 40% ਪਾਣੀ ਵੇਸਟੇਜ ਹੈ। ਇਹ ਹੁਣ ਸਾਰਾ ਰਿਕਾਰਡ ਤੇ ਹੈ ਕਿ ਰਾਜਸਥਾਨ ਦੇ ਵਿੱਚ ਕਿਸ ਏਰੀਏ ਦੇ ਵਿੱਚ ਇਸ ਪਾਣੀ ਨੇ, ਜਿਹੜੀ ਰਾਜਸਥਾਨ ਕਨਾਲ ਹੈ, ਇਹਦੀ ਸੀਪੇਜ ਨੇ ਕਿੰਨੀ ਤਬਾਹੀ ਕੀਤੀ ਹੈ। ਪਿੰਡਾਂ ਦੇ ਲਿਫਟਾਂ ਦੇ ਨਾਂ ਪਏ ਆ, ਉੱਥੇ ਛੱਪੜ ਬਣ ਗਏ। ਹੋਇਆ ਕਿ ਇਹਨਾਂ ਨੇ ਵੀ ਆਪਣੀ ਯੂਟੀਲਾਈਜੇਸ਼ਨ ਸ਼ੋ ਕਰਨ ਵਾਸਤੇ ਟਿੱਬਿਆਂ 'ਚ ਪਾਣੀ ਛੱਡ ਤੱਕ ਕੁਝ ਥਾਵਾਂ ਤੇ। ਥੱਲੇ ਔਰਾਕ ਹੈ ਰਾਜਸਥਾਨ ਦੇ ਵਿੱਚ, ਇਹ ਪਤਾ ਨਹੀਂ ਸੀ। ਪਾਣੀ ਥੱਲੇ ਗਿਆ ਨਹੀਂ, ਉਹ ਸਾਰੇ ਛੱਪੜ ਬਣ ਕੇ ਤਬਾਹੀ ਤਾਂ ਇਹਨਾਂ ਨੇ ਖੁਦ ਹੀ ਕਰ ਲਈ। ਉਹ ਵੀ ਸਾਰੀ ਸਟੱਡੀ ਹੋਈ ਪਈ ਹੈ। ਤਾਂ ਮੈਂ ਕਹਿੰਦਾ ਕਿ ਇੱਕ ਹੋਲਿਸਟਿਕ ਪਾਲਿਸੀ ਬਣੇ ਤਿੰਨਾਂ ਸਟੇਟਸ ਨੂੰ ਲੈ ਕੇ, ਜਿੱਥੇ ਪਾਣੀ ਨੂੰ ਮੈਕਸਿਮਮ ਕਿਵੇਂ ਯੂਟੀਲਾਈਜ਼ ਕਰਨਾ ਹੈ ਉਹ ਕੀਤਾ ਜਾਵੇ। ਔਰ ਬੈਸਟ ਯੂਟੀਲਾਈਜੇਸ਼ਨ ਇਸ ਵੇਲੇ ਪੰਜਾਬ ਦੇ ਵਿੱਚ ਹੈ। ਦੁਖਾਂਤ ਇਹ ਹੈ ਅਵਤਾਰ ਜੀ, ਇਹ ਕਿਸੇ ਵੇਲੇ ਸਤਲੁਜ ਦਾ ਇਲਾਕਾ ਹੁੰਦਾ ਸੀਗਾ ਤੇ ਇਹ ਜਿਹੜਾ ਇੰਡਸ ਬੇਸਿਨ ਹੈ ਇਹ ਘੱਗਰ ਤੋਂ ਲੈ ਕੇ ਕਾਬਲ ਤੱਕ ਸੀ। ਜਿੱਥੇ ਐਡਾ ਵੱਡਾ ਵਾਸਟ ਏਰੀਆ ਹੋਵੇ, ਉਹ ਘਟ ਕੇ ਇੰਨਾ ਕਰੇਗਾ ਥੋੜਾ ਜਿਹਾ, 4 ਜ਼ਿਲ੍ਹਿਆਂ ਦਾ, ਪੁਰਾਣਿਆਂ ਦਾ 4 ਵੀ ਨਹੀਂ ਗਏ। ਤੇ ਉਹਦੇ ਵਿੱਚ ਵੀ ਸਾਡੇ ਜਿਹੜੇ 3 ਦਰਿਆ ਹੈ ਉਹਨਾਂ ਦਾ ਪਾਣੀ
70% ਹਰਿਆਣਾ ਨੂੰ ਜਾ ਰਿਹਾ, ਹਰਿਆਣਾ ਤੇ ਰਾਜਸਥਾਨ ਦੋਵਾਂ ਨੂੰ। ਤੇ ਇਹ ਅਸੀਂ ਕਿਉਂ ਨਹੀਂ ਹਿੰਦੁਸਤਾਨ ਨੂੰ ਦੱਸ ਸਕੇ ਕਿ ਸਾਡੀ ਸਮੱਸਿਆ ਆ ਹੈ। ਅਸੀਂ ਅੰਦਾਤੋਂ ਕੋ ਆਏ, ਲੇਕਿਨ ਇਹ ਕਨਵਿੰਸ ਨਹੀਂ ਕਰ ਸਕੇ ਕਿ ਜਿਹੜਾ ਪਾਣੀ ਹੈ ਉਹ ਅਸੀਂ ਕਿਸ ਕੀਮਤ ਤੇ ਆਪਣੇ ਖੇਤਾਂ ਨੂੰ ਦੇ ਰਹੇ। ਥੈਂਕ ਯੂ ਸੋ ਮਚ। ਬਹੁਤ ਬਹੁਤ ਮਿਹਰਬਾਨੀ ਭਾਜੀ, ਥੈਂਕ ਯੂ। ਤੁਸੀਂ ਸਾਡੇ ਨਾਲ ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਉਹਦੀਆਂ ਗੁੰਝਲਦਾਰ ਉਹਦੀਆਂ ਮੱਦਾਂ, ਉਹਦਾ ਕਾਨੂੰਨੀ ਆਸਪੈਕਟ, ਟੈਕਨੀਕਲ ਤੇ ਉਹਦੀ ਅਸਲੀਅਤ ਸਾਡੇ ਨਾਲ ਸਾਂਝੀ ਕੀਤੀ ਆ। ਤੇ ਮੈਂ ਇੱਕ ਸ਼ਾਇਦ ਤੁਹਾਨੂੰ ਇਸ ਗੱਲ ਦਾ ਨਾ ਪਤਾ ਹੋਵੇ ਕਿ ਕਈ ਪਾਸੇ ਛੋਟੇ ਛੋਟੇ ਸੂਏ, ਜਿਵੇਂ ਦਰਿਆ ਵਿੱਚੋਂ ਨਹਿਰ ਨਿਕਲਦੀ ਆ, ਨਹਿਰ ਤੋਂ ਅੱਗੇ ਛੋਟੇ ਛੋਟੇ ਸਾਡੇ ਇਲਾਕੇ 'ਚ ਉਹਨੂੰ ਸੂਏ ਕਹਿੰਦੇ ਆ। ਪਤਾ ਹੈ। ਹਾਂਜੀ ਹਾਂਜੀ। ਸਾਡੇ ਇੱਥੇ ਫਗਵਾੜੇ ਦੇ ਆਸ-ਪਾਸ ਕਈ ਸੂਏ ਬੰਦ ਕਰ ਦਿੱਤੇ, ਉਹ ਪੂਰ ਦਿੱਤੇ ਲੋਕਾਂ ਨੇ, ਉਹਨਾਂ ਦੇ ਉੱਤੇ ਮਿੱਟੀ ਪਾ ਕੇ ਕਈ ਜਗ੍ਹਾ ਤੇ ਆਪਣੇ ਘਰ ਵੀ ਬਣਾ ਲਏ ਆ। ਤੇ ਇੱਕ 3 ਸੂਏ ਤਾਂ ਇੱਥੇ ਸਾਡੇ ਫਗਵਾੜੇ ਦੇ ਆਸ-ਪਾਸ ਮੈਂ ਬੰਦ ਦੇਖੇ ਆ। ਇੱਕ ਸੂਆ ਜਲੰਧਰ ਲਵਲੀ ਦੇ ਪਰੇ ਜਿਹਨੂੰ ਕਿਤੇ ਨਿਕਲਦਾ, ਉਹ ਵੀ ਬੰਦ ਹੋ ਗਿਆ, ਪੂਰ ਦਿੱਤਾ। ਕਦੇ ਵੀ ਮੈਂ ਐਜੀਟੇਸ਼ਨ ਨਹੀਂ ਦੇਖੀ ਵੀ ਲੋਕ ਇਕੱਠੇ ਹੋ ਕਹਿਣ ਵੀ ਸਾਡਾ ਪਾਣੀ ਕਿਉਂ ਬੰਦ ਕਰ ਦਿੱਤਾ ਹੈ, ਕਿਉਂ ਨਹਿਰ ਪੂਰ ਦਿੱਤੀ ਗਈ। ਕੀ ਪੰਜਾਬ ਦੇ ਕਿਸਾਨਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਬੰਦ ਹੋਣ ਵਾਲੇ ਸੂਏ ਨਹੀਂ ਦੇਖਦੇ ਹੈ ਵੀ ਸਾਡਾ ਪਾਣੀ, ਨਹਿਰ ਦਾ ਪਾਣੀ ਇੰਨਾ ਸਸਤੇ ਭਾਅ, ਇੰਨਾ ਵਧੀਆ ਪਾਣੀ, ਜ਼ਰਖੇਜ਼ ਪਾਣੀ ਆਉਂਦਾ ਆ, ਇਹ ਸੂਏ ਪੂਰ ਦਿੱਤੇ ਗਏ। ਕਦੇ ਵੀ ਉਹਨਾਂ ਬਾਰੇ ਨਾ ਕਿਤੇ ਅਖਬਾਰ 'ਚ ਖਬਰ ਆਈ ਹੈ, ਨਾ ਕਿਤੇ ਲੋਕ ਇਕੱਠੇ ਹੋ ਕੇ ਦੇਖੇ ਆ ਵੀ ਉੱਥੇ ਉਹ ਐਜੀਟੇਸ਼ਨ ਕਰਦੇ ਹੋਣ, ਕਿ ਧਰਨਾ ਦਿੰਦੇ ਹੋਣ। ਇਹਦਾ ਕੀ ਕਾਰਨ ਹੈ ਜੀ? ਮੈਨੂੰ ਪਹਿਲੀ ਵਾਰੀ ਇਹਦੇ ਬਾਰੇ ਜਾਣਕਾਰੀ ਮਿਲੀ, ਉਹ ਬਹੁਤ, ਮੇਰਾ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਛਪਿਆ ਸੀ 2-3 ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਖਿਆਲ 'ਚ 3 ਸਾਲ ਤੋਂ ਜ਼ਿਆਦਾ ਹੋ ਗਏ ਹੋਣਗੇ, ਪਾਣੀਆਂ ਦੇ ਇਸ਼ੂ ਤੇ ਹੀ। ਮੈਨੂੰ ਫੋਨ ਆਇਆ ਜੀ, ਬੰਦੜੀ ਪਿੰਡ ਹੈ ਮੋਗੇ ਦੇ ਇਲਾਕੇ ਦੇ ਵਿੱਚ, ਉੱਥੋਂ। ਉਹ ਕਹਿੰਦੇ ਸਾਡੇ ਤਾਂ ਲੋਕਾਂ ਨੇ ਸੂਏ ਵਾਲੇ, ਖਾਲੇ ਵਾਲੇ ਤੇ ਕਸੀਆਂ ਵਾਲੀਆਂ। ਮੈਂ ਕੀ ਗੱਲ ਹੋ ਗਈ? ਕਹਿੰਦੇ ਟਿਊਬਵੈਲ ਦਾ ਪਾਣੀ ਫ੍ਰੀ ਹੈ, ਬਿਜਲੀ ਫ੍ਰੀ ਹੈ ਤੇ ਲੋਕਾਂ ਨੇ ਟਿਊਬਵੈਲ ਲਾ ਲਏ ਜੀ। ਕਹਿੰਦੇ ਵੀ ਅਸੀਂ ਜ਼ਮੀਨ ਬਣਾ ਲਈ ਖੇਤਾਂ ਦੇ ਵਿੱਚ। ਫਿਰ ਮੈਨੂੰ ਕਿਸੇ ਨੇ ਦੱਸਿਆ, ਕੈਲਕੂਲੇਸ਼ਨ ਵੀ ਸੀ ਵੀ 1 ਕਿੱਲੇ ਮਗਰ ਜਿਹੜਾ ਖਾਲਾ ਅਸੀਂ ਬੰਦ ਕਰਦੇ ਹਾਂ ਬਈ ਸਾਨੂੰ ਕਿੰਨੀ ਜ਼ਮੀਨ ਐਡੀਸ਼ਨਲ ਨਾਲ ਮਿਲਦੀ ਹੈ। ਤਾਂ ਮੈਂ ਉਦੋਂ ਇਹ ਇਸ਼ੂ, ਉਹ ਕਹਿੰਦੇ ਸਾਡੇ ਪਿੰਡਾਂ ਜਾ ਕੇ ਚੱਕਰ ਮਾਰ ਕੇ ਦੇਖੋ ਤੁਸੀਂ। ਉਹ ਸਭ ਤੋਂ ਪਹਿਲਾਂ ਉਸ ਪਾਸੇ ਗੱਲ ਚੱਲੀ ਸੀ। ਫਿਰ ਤੁਹਾਡੇ ਆਈਪੀ ਸਿੰਘ ਆਪਣੇ ਰਿਪੋਰਟਰ ਜਲੰਧਰ ਟਾਈਮਜ਼ ਆਫ ਇੰਡੀਆ ਦੇ, ਉਹਨਾਂ ਨੇ ਨਵੇਂ ਸ਼ਹਿਰ ਦੀ ਖਬਰ ਕੀਤੀ ਬਈ ਆ ਸੂਆ ਜਿਹੜਾ ਸੀ ਪਿਸਤ ਦੁਆਬ ਕਨਾਲ ਦੇ ਅੱਗੇ ਡਿਸਟ੍ਰੀਬਿਊਟਰੀ ਸੀ, ਬਈ ਇੱਥੇ ਕਿਸੇ ਕਾਲੋਨਾਈਜ਼ਰ ਨੇ ਕਬਜ਼ਾ ਕਰਕੇ ਉੱਥੇ ਕਲੋਨੀ ਵਸਾਤੀ। ਮੈਂ 10 ਸਾਲ ਬਿਸਤ ਦੁਆਬ ਕਨਾਲ ਦੇ ਵਿੱਚ ਪਾਣੀ ਚੱਲਦਾ ਨਹੀਂ ਦੇਖਿਆ। ਇਹ ਨਹਿਰ ਬਲਾਕ ਹੋਈ ਰਹੀ। ਹੁਣ ਵੀ ਮੈਨੂੰ ਪਤਾ ਨਹੀਂ, ਕਿਉਂਕਿ ਉਦੋਂ ਤਾਂ ਮੈਂ ਬਹੁਤ ਜਾਂਦਾ ਸੀ, ਅੰਮ੍ਰਿਤਸਰ ਮੈਂ ਜਾਂਦਾ ਰਹਿੰਦਾ ਸੀ, ਇੱਧਰੋਂ ਜਾਈਦਾ ਸੀ। ਤੇ ਇਹਦੇ ਤਾਂ ਥਾਂ ਤੇ ਮਿੱਟੀ ਭਰੀ ਹੋਈ ਸੀਗੀ, ਪਾਣੀ ਚੱਲਦਾ ਹੀ ਨਹੀਂ ਸੀਗਾ। ਅਸੀਂ ਸੰਭਾਲ ਵੀ ਨਹੀਂ, ਜਿਹੜਾ ਸਿਸਟਮ ਬਣਿਆ ਸੀ ਅਸੀਂ ਸੰਭਾਲ ਵੀ ਨਹੀਂ ਸਕੇ। ਤੁਹਾਡੀ ਸਰਹੱਦ ਕਨਾਲ, ਇਹਦੀ ਕਦੇ ਸਫਾਈ ਨਹੀਂ ਹੋਈ। ਜਿਹੜੀ ਕੈਪੈਸਿਟੀ ਸੀ ਇਹਨਾਂ ਦੀ ਉਹ ਅੱਧੀ ਰਹਿ ਗਈ ਕਨਾਲ ਸਿਸਟਮ ਦੀ। ਬਈ ਸਰਕਾਰਾਂ ਇੰਨੀਆਂ ਕ੍ਰਿਮੀਨਲ ਹੈ ਆਪਣੇ ਆਪ ਦੇ ਵਿੱਚ ਕਿ ਜਿਹੜਾ ਐਗਜ਼ਿਸਟਿੰਗ ਸਿਸਟਮ ਸੀ ਉਹ ਸੰਭਾਲ ਨਹੀਂ ਰਹੇ, ਤਾਂ ਲੋਕਾਂ ਨੂੰ ਆਪਸ ਲੜਾ ਰਹੇ ਹੈ। ਸਿਆਸਤ ਕਿਉਂ ਕਰ ਰਹੇ ਹੈ? ਮੇਰਾ ਇਸ਼ੂ ਬੇਸਿਕ ਇਹ ਹੈ, ਸਿਆਸਤ ਕਰਨ ਦੀ ਥਾਂ ਤੇ ਤੁਸੀਂ ਪ੍ਰੋਪਰਲੀ ਗਵਰਨ ਕਰੋ, ਫਿਰ ਇਹ ਆਪਸੀ ਰੌਲੇ ਨਹੀਂ ਪੈਣਗੇ। ਹੁਣ ਤੁਸੀਂ ਖੁਦ ਹੀ ਗੱਲ ਕੀਤੀ ਹੈ ਵੀ ਲੋਕਾਂ ਨੇ ਵਾਹ ਲਏ। ਇਹ ਗੱਲ ਮੈਂ ਪਿੱਛੇ ਕਿਸੇ ਮੀਟਿੰਗ ਦੇ ਵਿੱਚ ਕੀਤੀ। ਮੈਂ ਕਿਹਾ ਪੰਜਾਬ ਦਾ ਇਸ਼ੂ ਤਾਂ ਪਾਣੀ ਰਹਿ ਨਹੀਂ ਗਿਆ ਹੁਣ। ਮੈਂ ਕਿਹਾ ਲੋਕਾਂ ਨੇ ਕਸੀਆ ਖਾਲੇ ਦਾ ਵਾਹ ਲਏ, ਪਾਵਰ ਫ੍ਰੀ ਹੈ, ਲੋਕ ਉੱਥੋਂ ਪਾਣੀ ਲੈਂਦੇ ਹੈ। ਹੁਣ ਜਿਹੜੀ ਅਵੇਅਰਨੈਸ ਕ੍ਰੀਏਟ ਹੋਣੀ ਸੀਗੀ ਉਹ ਨਹੀਂ ਹੋਈ। ਉਹਦੇ 'ਚ ਰੋਲ ਸਰਕਾਰਾਂ ਦਾ ਹੁੰਦਾ। ਹੁਣ NGOs ਹੁਣ ਸ਼ੁਰੂ ਹੋਈਆਂ ਬਈ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਥੈਂਕ ਯੂ। ਬਹੁਤ ਬਹੁਤ ਤੁਸੀਂ ਇਹ ਸਵਾਲ ਦਾ ਮੇਰੇ ਕੋਲ ਕੋਈ ਆਨਸਰ ਨਹੀਂ ਸੀ ਕੀ ਗੱਲ, ਲੇਕਿਨ ਆਹ ਆਸਪੈਕਟ ਨਹੀਂ ਸੀ ਮੈਨੂੰ ਪਤਾ ਵੀ ਇਹ ਆਸਪੈਕਟ ਵੀ ਆ ਵੀ ਤੁਹਾਡੀ ਜ਼ਮੀਨ ਰਲਦੀ ਆ ਤੇ ਪਾਣੀ ਤੁਸੀਂ ਥੱਲਿਓਂ ਫ੍ਰੀ ਕੱਢਣਾ ਆ। ਨਾ ਥੱਲੇ ਵਾਲੇ ਪਾਣੀ ਦੀ ਕੋਈ ਕੀਮਤ ਹੈ, ਨਾ ਬਿਜਲੀ ਦੀ ਕੋਈ ਕੀਮਤ ਹੈ।
ਬਿਜਲੀ ਦੀ ਕੀਮਤ ਕੋਈ ਨਹੀਂ, ਉਹਨੇ ਤਬਾਹੀ ਕਰਤੀ। ਬਹੁਤ ਡੇਂਜਰਸ ਹੈ ਪੰਜਾਬ ਦੀ ਇਹ ਹਾਲਤ। ਤੇ ਇੱਕ ਜਾਂਦੇ ਜਾਂਦੇ ਛੋਟਾ ਜਿਹਾ ਹੋਰ ਵੀ, ਇਹ ਸਾਡੀਆਂ ਸਰਕਾਰਾਂ ਸੀ। ਦੇਖੋ ਮੇਰਾ ਇੱਕ ਦੋਸਤ ਇੱਥੇ PhD ਕਰਨ ਲੱਗਿਆ ਪੋਲੀਟੀਕਲ ਸਾਇੰਸ ਵਿੱਚ, ਉਹਨੇ ਟੌਪਿਕ ਰੱਖ ਲਿਆ ਸਿੱਖੀਜ਼ਮ ਦੇ ਉੱਤੇ, ਤੇ ਉਹ ਮੇਰੀ ਹੈਲਪ ਲਈ ਕਹਿੰਦਾ ਵੀ ਮੈਨੂੰ ਕੋਈ ਕਿਤਾਬਾਂ ਦੱਸ। ਤੇ ਮੈਂ ਉਹਨੂੰ ਕੁਝ ਕਿਤਾਬਾਂ ਦੱਸੀਆਂ ਜਿਹੜੀਆਂ ਅੱਜ ਕੱਲ੍ਹ ਦੇ ਸਿੱਖ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਜੀ। ਉਹਨੇ 2-3 ਮਹੀਨੇ ਉਹ ਕਿਤਾਬਾਂ ਪੜ੍ਹੀਆਂ ਤੇ ਮੈਨੂੰ ਬਾਅਦ 'ਚ ਕਹਿੰਦਾ ਵੀ ਸਾਡੇ ਸਾਰੇ ਤਕਰੀਬਨ ਸਿੱਖ ਵਿਦਵਾਨ ਜਿਹੜੇ, ਉਹਨਾਂ ਦੇ ਨਾਂ ਨਹੀਂ ਲੈਣੇ ਮੈਂ, ਉਹਨਾਂ ਦੀ ਕਿਤਾਬਾਂ 'ਚ ਕਹਿੰਦਾ ਇਹੀ ਆ ਵੀ ਹਾਏ ਉਹ ਰੱਬਾ ਸਾਨੂੰ ਲੁੱਟ ਲਿਆ, ਸਾਨੂੰ ਕੋਈ ਲੁੱਟ ਲਿਆ, ਅਸੀਂ ਲੁੱਟੇ ਗਏ, ਅਸੀਂ ਪੁੱਟੇ ਗਏ, ਸਾਨੂੰ ਨਹਿਰੂ ਨੇ ਲੁੱਟ ਲਿਆ, ਸਾਨੂੰ ਗਾਂਧੀ ਨੇ ਧੋਖਾ ਦੇ ਦਿੱਤਾ, ਸਾਨੂੰ ਕਾਂਗਰਸ ਨੇ ਖਾ ਲਿਆ। ਇਹ ਗੱਲ ਬਿਲਕੁਲ ਚਲੋ ਠੀਕ ਮੰਨਦੇ ਹਾਂ ਵੀ ਸਾਡੇ ਨਾਲ ਕੇਂਦਰ ਨੇ ਧੱਕਾ ਕੀਤਾ, ਇਹ ਅਸੀਂ ਲਗਾਤਾਰ ਸੁਣ ਰਹੇ ਹਾਂ ਧੱਕਾ ਕੀਤਾ ਬਿਲਕੁਲ। ਸਾਡੀਆਂ ਸਰਕਾਰਾਂ ਨੇ ਉਹਦੇ ਜਵਾਬ ਵਿੱਚ ਕੀ ਕੀਤਾ, ਤੇ ਉਹ ਅੱਜ ਤੁਸੀਂ ਦੱਸ ਦਿੱਤਾ। ਹਾਂਜੀ, ਗੱਲ ਤੇ ਇਹ ਆ ਵੀ ਅਸੀਂ ਕੀ ਕੀਤਾ, ਉਹਨਾਂ ਨੇ ਧੱਕਾ ਕੀਤਾ, ਅਸੀਂ ਕੀ ਕੀਤਾ ਅੱਗੇ। ਤੇ ਇਹ ਅਵਤਾਰ ਜੀ ਗੱਲ ਇਹ ਹੈ ਹਾਂਜੀ ਕਿ ਮੈਂ ਹੋਰ ਵੀ ਮੈਂ ਆਊਟ ਆਫ ਕੰਟੈਕਸਟ ਇੱਕ ਗੱਲ ਕਰੂੰਗਾ ਵਿੱਚ, ਬਈ ਨੈਰੇਟਿਵ ਸਾਰੇ ਪੰਜਾਬ ਦੇ ਚੇਂਜ ਹੋਣ ਵਾਲੇ। ਇਹ ਵੀ ਜੇ ਤੁਸੀਂ ਅੱਜ ਦੇਖੋ ਜਿਹਦਾ ਇਸ਼ੂ ਨੂੰ ਲੈ ਕੇ ਪੰਜਾਬ ਦਾ ਧਰਮਯੁੱਧ ਮੋਰਚਾ 1982 ਚ ਲੱਗਿਆ ਸੀ, ਹਾਂਜੀ ਹਾਂਜੀ, ਉਹ ਮੈਂ ਜਦੋਂ ਦੂਸਰੀ ਕਿਤਾਬ ਲਿਖਣ ਲੱਗਿਆ ਤੇ ਮੈਂ ਦੇਖਿਆ ਵੀ ਆਹ ਮੰਗਾ ਸੀ, ਇਹਨਾਂ ਤੋਂ ਰੈਲੀਵੈਂਟ ਕਿਹੜੀ ਅੱਜ ਦੀ ਡੇਟ ਦੇ ਵਿੱਚ? ਇੱਕ ਵੀ ਰੈਲੀਵੈਂਟ ਨਹੀਂ ਹੈ। ਸੋ ਨੈਰੇਟਿਵ ਸਾਰਾ ਚੇਂਜ ਕਰਦੇ ਲੋੜ ਹੈ ਵੀ ਧੱਕਾ ਕਿਹੜੀ ਗੱਲ ਤੇ ਬਈ ਤੁਹਾਡੇ ਨਾਲ ਹੋਇਆ। ਹਾਂਜੀ, ਐਗਰੀਕਲਚਰ ਲਈ ਸਭ ਤੋਂ ਐਡਵਾਂਸ ਸਟੇਟ, ਸਭ ਤੋਂ ਜ਼ਿਆਦਾ ਇਨਵੈਸਟਮੈਂਟ ਉਸ ਵੇਲੇ ਇੱਥੇ ਹੋਈ। ਭਾਵੇਂ ਹਿੰਦੁਸਤਾਨ ਵਾਸਤੇ ਅਨਾਜ ਚਾਹੀਦਾ ਸੀ, ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਭਾਖੜਾ ਇੱਥੇ ਲੱਗਿਆ। ਹਾਂਜੀ, ਉਸ ਤੋਂ ਬਾਅਦ ਅਸੀਂ ਨਹੀਂ ਸੰਭਾਲ ਸਕੇ ਨਾ, ਸਰਕਾਰਾਂ ਨੇ ਸਿਆਸਤ ਕਰਨੀ ਹੁੰਦੀ ਹੈ। ਧੱਕਾ ਹੋਇਆ, ਬਿਲਕੁਲ ਹੋਇਆ, ਹਰ ਗੱਲ ਤੇ ਹੋਇਆ। ਹੁਣ ਤੁਸੀਂ ਦੇਖੋ ਵੀ ਸਾਡੀ ਇੱਕ ਮੰਗ ਰਹੀ ਕਿਸੇ ਵੇਲੇ ਵੀ ਜਿਹੜੀ ਫੌਜ ਦੀ ਭਰਤੀ ਹੈ ਇਹ ਪਾਪੂਲੇਸ਼ਨ ਦੇ ਪ੍ਰਪੋਰਸ਼ਨ 'ਚ ਨਹੀਂ ਹੋਣੀ ਚਾਹੀਦੀ। ਸਾਡੇ ਤਾਂ ਬੱਚੇ ਹੁਣ ਜਾਂਦੇ ਹੀ ਨਹੀਂ ਫੌਜ ਦੇ ਵਿੱਚ, ਹਾਂਜੀ, ਜਿੰਨੀ ਕੀ ਰੇਸ਼ੋ ਹੈ ਉਹ ਵੀ ਨਹੀਂ ਜਾ ਰਹੇ। ਤੇ ਨੈਰੇਟਿਵ ਮੈਂ ਫਾਈਨਲ ਫਿਰ ਇੱਕ ਗੱਲ ਕਰੂੰਗਾ ਚੇਂਜ ਕਰਨ ਦੀ, ਜਿਹੜੀ ਕਹਿੰਦੇ ਮਾਰੇ ਗਏ, ਲੁੱਟੇ ਗਏ, ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਅਵਤਾਰ ਜੀ ਹੋ ਗਿਆ, ਬਿਲਕੁਲ ਠੀਕ ਹੈ, ਪਰ ਅਸੀਂ ਇਹ ਕਿਉਂ ਨਹੀਂ ਕਹਿੰਦੇ ਅਸੀਂ ਤਾਂ ਬਦਲਾ ਲੈ ਲਿਆ? ਹਾਂਜੀ ਹਾਂਜੀ ਹਾਂਜੀ, ਲੈਣ ਕਿਉਂ ਪਾਈ ਜਾਂਦੇ? ਜਦੋਂ ਬਦਲਾ ਲੈਣ ਦੀ ਗੱਲ ਕਰਾਂਗੇ ਉਹ ਨੈਰੇਟਿਵ ਸਾਰਾ ਚੇਂਜ ਹੋ ਜਾਏਗਾ। ਬਿਲਕੁਲ, ਮੈਂ ਸ਼ਾਇਦ ਗਲਤ ਹੋਵਾਂ, ਇਹ ਮੇਰੇ ਨਿੱਜੀ ਰਾਏ ਹੈ। ਬਿਲਕੁਲ ਠੀਕ ਹੈ। ਸੋ ਇਹ ਲਗਾਤਾਰ ਐਵੇਂ ਉਹ ਰੁੜਕੀ ਜਾਣਾ ਉਹਨਾਂ ਗੱਲਾਂ ਨੂੰ ਵੀ ਸਾਡਾ ਪਾਣੀ ਖੋਏਗਾ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਸੀ। ਜਿਹੜਾ ਪਾਣੀ ਤੁਹਾਡੇ ਕੋਲ ਆਲਰੇਡੀ ਹੈਗਾ ਤੁਸੀਂ ਤਾਂ ਉਹ ਯੂਟੀਲਾਈਜ਼ ਹੀ ਨਹੀਂ ਕਰ ਰਹੇ। ਜਿਹੜਾ ਹੁਣ ਵੀ ਜਿੰਨਾ ਬਚਿਆ ਹੋਇਆ ਹੈ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਕੱਸੀਆਂ ਨਾਲੇ ਸਾਰੇ ਤਾਂ ਲੋਕਾਂ ਨੇ ਵਾਹ ਲਏ। ਜੇ ਕੱਲ ਨੂੰ ਤੁਹਾਡਾ ਡਾਟਾ ਸੈਂਟਰ ਮੰਗੇ, ਸੁਪਰੀਮ ਕੋਰਟ ਮੰਗੇ ਵੀ ਜਿਹੜਾ ਤੁਹਾਡੇ ਆਲਰੇਡੀ ਪਾਣੀ ਹੈ ਤੁਹਾਡਾ, ਕੀ ਜਵਾਬ ਦਿਓਗੇ ਉੱਥੇ? ਇੱਥੇ ਗੱਲ ਖੜੀ ਹੈ। ਉਹ ਪਾਣੀ ਦਾ ਥੱਲੇ ਪਾਕਿਸਤਾਨ ਜਾ ਰਿਹਾ। ਪਾਕਿਸਤਾਨ ਨਾਰਮਲੀ ਅੱਗੇ ਪਾਣੀ ਉਹ ਜਾਂਦਾ ਸੀ ਜਦੋਂ ਫਲੱਡਸ ਆਉਂਦੇ ਸੀ ਮਾਨਸੂਨ ਦੇ ਵਿੱਚ, ਜਾਂ ਜ਼ਿਆਦਾ ਬਿਜਲੀ ਲੈਣ ਵਾਸਤੇ ਜਦੋਂ ਭਾਖੜਾ ਨੂੰ ਜ਼ਿਆਦਾ ਚਲਾਇਆ ਜਾਂਦਾ ਸੀ, ਉਹ ਐਕਸੈਸ ਪਾਣੀ ਉੱਥੋਂ ਰਿਲੀਜ਼ ਕੀਤਾ ਜਾਂਦਾ, ਜਿਹੜੀ ਕਪੈਸਿਟੀ ਸਾਡੇ ਨਹਿਰ ਦੀ ਹੈ ਨਹੀਂ ਸੀ ਅੱਗੇ ਲੈਣ ਦੀ, ਉਹ ਜਾਂਦਾ ਸੀ। ਹੁਣ ਤਾਂ ਪਾਣੀ ਵੈਸੇ ਹੀ ਜਾ ਰਿਹਾ, ਅਸੀਂ ਯੂਟੀਲਾਈਜ਼ ਨਹੀਂ ਕਰ ਰਹੇ। ਤੁਹਾਡੀ ਨਹਿਰਾਂ ਦੀ ਕਪੈਸਿਟੀ ਹੈ ਨਹੀਂ, ਸਾਡੀ ਆਪਣੀ। ਸੋ ਅਸੀਂ ਕਰ ਕੀ ਰਹੇ ਅਲਟੀਮੇਟਲੀ? ਆਪਣੇ ਅੰਮ੍ਰਿਤਸਰ ਗੁਰਦਾਸਪੁਰ ਦੇ ਏਰੀਏ ਵਿੱਚ ਮੇਰੇ ਦੋਸਤ ਨੇ ਦੱਸਿਆ, ਕੱਲ ਪਰਸੋਂ ਹੀ ਉਹਦੇ ਨਾਲ ਗੱਲ ਹੋ ਰਹੀ ਸੀ ਜਦੋਂ ਮੈਂ ਫੇਸਬੁੱਕ ਤੇ ਪਾਇਆ ਸੀਗਾ ਅੱਜ ਦੇ ਟੌਪਿਕ ਦਾ, ਤੇ ਉਹਨੇ ਮੈਨੂੰ ਫੋਨ ਤੇ ਦੱਸਿਆ, ਕਹਿੰਦਾ ਵੀ ਸਾਡੇ ਇਲਾਕੇ ਦੇ ਵਿੱਚ ਜਦੋਂ ਪਟਵਾਰੀ ਪੁੱਛਦੇ ਆ ਵੀ ਹਾਂਜੀ ਤੁਹਾਨੂੰ ਨਹਿਰ ਦਾ ਪਾਣੀ ਕਿੰਨਾ ਚਾਹੀਦਾ, ਲੋਕ ਰਿਫਿਊਜ਼ ਕਰ ਦਿੰਦੇ, ਕਹਿੰਦੇ ਸਾਨੂੰ ਚਾਹੀਦਾ ਹੀ ਨਹੀਂ ਹੈ। ਦੇਖ ਲਓ, ਤੇ ਉਹ ਆਪਣੀ ਇੱਥੋਂ ਤੱਕ ਉਹ ਜ਼ਮੀਨ ਵੀ ਆਪਣੀ ਘੱਟ ਦਿਖਾ ਦਿੰਦੇ ਆ ਵੀ ਸਾਨੂੰ ਤਾਂ ਪਾਣੀ ਚਾਹੀਦੀ ਨਹੀਂ, ਸਾਨੂੰ ਤਾਂ 6 ਕਨਾਲਾਂ ਲਈ ਆ ਇੱਦਾਂ ਕਰਦਾ ਵੀ ਉਹ ਇਸ ਤਰ੍ਹਾਂ ਦਾ ਇੱਕ ਜਿਹੜਾ ਇੱਕ ਮਤਲਬ ਕਿ ਤੁਸੀਂ ਦੇਖੋ ਵੀ ਪੰਜਾਬ ਦਾ ਸੱਤਿਆਨਾਸ਼ ਵੱਜ ਰਿਹਾ ਹੇਠਲੇ ਪਾਣੀ ਦਾ, ਬਿਜਲੀ ਦਾ ਵੀ ਨਾਲ ਹੀ ਤੁਸੀਂ ਕਹਿ ਲਓ ਸਾਂਝੇ ਪੰਜਾਬ ਦਾ। ਪਰ ਜਿਹੜਾ ਇਹ ਪਾਣੀ ਹੈ ਜਿਹੜਾ ਇਹਦੀ ਬੇਕਦਰੀ ਵੀ ਹੋ ਰਹੀ ਹੈ ਨਾਲ ਹੀ। ਇੱਕ ਪਾਸੇ ਪਾਣੀ ਅਸੀਂ ਮੰਗ ਵੀ ਰਹੇ ਹਾਂ ਤੇ ਨਾਲ ਪਾਣੀ ਦੀ ਬੇਕਦਰੀ ਹੋ ਰਹੀ ਆ। ਇਹ ਸਾਡੇ ਸਮਾਜਿਕਤਾ ਦੀ ਇਹ ਅਨਪੜ੍ਹਤਾ ਕਹਿ ਲਓ, ਜਹਾਲਤ ਕਹਿ ਲਓ, ਜਾਂ ਬੇਈਮਾਨੀ ਕਹਿ ਲਓ, ਇਹ ਸਾਰਿਆਂ ਦੀ ਰਲ ਮਿਲ ਕੇ
ਤੇ ਇਹ ਇਹ ਮੇਰੇ ਨਾਲ ਸਭ ਬੇਈਮਾਨੀ ਸਿਆਸੀ ਹਾਂਜੀ, ਜਮਾਤ ਦੀ ਹਾਂਜੀ। ਬੇਈਮਾਨੀ ਜ਼ਿਆਦਾ ਸੀ। ਇਹਨਾਂ ਨੇ ਲੋਕਾਂ ਨੂੰ ਅਵੇਅਰ ਕਰਨਾ ਇਹਨਾਂ ਨੇ ਕਰਨਾ ਸੀ। ਹਾਂਜੀ ਹਾਂਜੀ ਜੇ ਤੁਸੀਂ ਕਿਸਾਨੀ ਨੂੰ ਸਬਸਿਡੀ ਜਿਹੜੀ ਹੈ ਸਾਰੀ ਦੁਨੀਆ ਦਿੰਦੀ ਹੈ, ਜਿੰਨੇ ਐਡਵਾਂਸ ਕੰਟਰੀ ਦਾ ਸਾਰੇ ਉੱਥੇ ਫਾਰਮ ਸੈਕਟਰ ਹੈਵੀਲੀ ਸਬਸਿਡਾਈਜ਼ਡ ਹੈ। ਗਲਤ ਢੰਗ ਨਾਲ ਸਬਸਿਡੀ ਨਾ ਦਿਓ। ਜਿਹੜੀ ਇਹ ਬਿਜਲੀ ਦੀ ਸਬਸਿਡੀ ਦਿੱਤੀ ਹੈ ਗਲਤ ਢੰਗ ਨਾਲ ਦਿੱਤੀ ਗਈ, ਇਹ ਵੋਟਾਂ ਲੈਣ ਵਾਸਤੇ ਕੀਤੀ ਗਈ। ਸਾਡਾ ਹਰ ਗੱਲ ਤੇ ਟਾਰਗੇਟ ਇੱਕੋ ਹੀ ਹੁੰਦਾ, ਵੋਟਾਂ ਕਿਵੇਂ ਲੈਣੀਆਂ। ਸਾਡੀ ਪਾਲਿਸੀ ਤਾਂ ਕੋਈ ਹੈ ਨਹੀਂ। ਹੁਣ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ, ਇਹਨਾਂ ਨੇ ਅਨਾਉਂਸ ਕੀਤਾ ਸੀ ਆਪਣੇ ਮੈਨੀਫੈਸਟੋ ਚ ਅਸੀਂ ਫਾਰਮ ਪਾਲਿਸੀ ਬਣਾਵਾਂਗੇ। ਕਿੱਥੇ ਹੈ? ਮੁੜ ਕੇ ਭੁੱਲ ਗਏ। ਔਰ ਸਾਡੇ ਨਾਰਮਲੀ ਜਿਹੜਾ ਐਗਰੀਕਲਚਰ ਮਿਨਿਸਟਰ ਹੁੰਦਾ ਉਹਨੂੰ ਕੋਈ ਬਹੁਤਾ ਪਤਾ ਹੀ ਨਹੀਂ ਹੁੰਦਾ ਬਈ ਕੀ ਕਰਨਾ ਕੀ ਨਹੀਂ। ਇਹਨੂੰ ਕੋਈ ਇੰਪੋਰਟੈਂਟ ਮਹਿਕਮਾ ਗੜਿਆ ਹੀ ਨਹੀਂ ਜਾਂਦਾ। ਜਦ ਕਿ ਸਭ ਤੋਂ ਐਡਵਾਂਸ ਸਟੇਟ ਐਗਰੀਕਲਚਰ ਲਈ ਪੰਜਾਬ ਹੋਵੇ ਤੇ ਮਹਿਕਮੇ ਦੀ ਪਾਰਟੀ ਕੋਈ ਨਾ ਹੋਵੇ, ਕਦੇ ਵੀ ਨਹੀਂ ਹੋਈ। ਸੋ ਇਹ ਸਿਚੁਏਸ਼ਨ ਹੈ। ਜਾਂਦੇ ਜਾਂਦੇ ਇੱਕ ਹੋਰ ਤੁਹਾਨੂੰ ਇੱਕ ਸਵਾਲ ਕਿ ਇਹ ਆ ਵੀ ਇਹ ਤਾਂ ਤੁਸੀਂ ਹੁਣ ਸਾਰਾ ਸੀਨ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ ਔਰ ਨਿਤਾਰ ਕੇ ਰੱਖ ਦਿੱਤਾ, ਔਰ ਜਿਹੜੀਆਂ ਗੱਲਾਂ ਅਕਸਰ ਲੋਕ ਨਹੀਂ ਵੀ ਕਹਿੰਦੇ ਤੁਸੀਂ ਉਹ ਦਲੇਰੀ ਨਾਲ ਔਰ ਬੜੀ ਸੱਚਾਈ ਨਾਲ ਕਹਿ ਦਿੱਤੀਆਂ ਵੀ ਹੁਣ ਇਸ ਵੇਲੇ ਪੰਜਾਬ ਦੇ ਲੋਕ ਕੀ ਕਰਨ, ਜਾਂ ਜਿਹੜੇ ਸਾਡੇ ਵਰਗੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਰਨ। ਸਾਡੇ ਹੱਥ ਵਿੱਚ ਕੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਤੁਸੀਂ ਕੋਈ ਰਾਹ ਦੱਸੋ ਜਾਂ ਕੋਈ ਸਾਨੂੰ ਕੋਈ ਸੇਧ ਦਿਓ ਵੀ ਅਸੀਂ ਇਸ ਹਾਲ ਵਿੱਚ ਹੁਣ ਕੀ ਕਰ ਸਕਦੇ ਹਾਂ। ਇੱਕ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਮੈਂ ਅਵੇਅਰਨੈਸ ਕਰਨਾ ਹੁੰਦਾ, 4 ਬੰਦੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਤਾਂ ਕਰੋ। ਕੇਸ ਬਣਾ ਕੇ ਪ੍ਰੋਪਰ 1-2 ਪੇਜ ਦਾ ਜ਼ਿਆਦਾ ਨਹੀਂ। ਹਾਂਜੀ, ਬੜੇ ਫੈਕਟ ਬੜੇ ਬਰੀਫ ਆ, ਬੜਾ ਵਧੀਆ ਕੇਸ ਬਣ ਜਾਂਦਾ ਵੀ ਆਹ ਸਾਡਾ ਬੇਸਿਕ ਇਸ਼ੂ ਹੈ। ਰਾਇਪੇਰਿੰਗ ਛੱਡ ਦਿਓ, ਇਕਨੋਮੀ ਦੀ ਗੱਲ ਕਰੀਏ ਆਪਾਂ ਵੀ ਸਾਡਾ ਇੰਨਾ ਪਾਣੀ ਸੀ ਇੰਨਾ ਬਾਹਰ ਚਲਾ ਗਿਆ, ਸਾਡਾ ਕੀ ਕਸੂਰ ਹੈ। ਹਿੰਦੁਸਤਾਨ ਨੂੰ ਦੱਸੋ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ ਹੈ, ਤਾਂ ਗੱਲ ਸਮਝ ਆਏਗੀ। ਅਸੀਂ ਹਿੰਦੁਸਤਾਨ ਨੂੰ ਸਮਝਾਉਣ ਅੱਜ ਤੱਕ ਨਾ ਕਾਮਯਾਬ ਹਰ ਇਸ਼ੂ ਤੇ ਰਹੇ। ਸਾਡੀ ਇਹ ਸਮੱਸਿਆ ਹੈ। ਸੋ ਇੱਥੋਂ ਸ਼ੁਰੂ ਕਰਕੇ ਫਿਰ ਇਹਦੇ ਨਾਲ ਅਵੇਅਰਨੈਸ ਕੰਪੇਨ ਇਨਵੋਲਵ ਕਰਕੇ NGO ਹਰਿਆਣੇ ਦੀਆਂ ਵੀ ਨਾਲ ਲੱਗੋ ਵੀ ਇਹ ਐਕਸਪਲੋਇਟ ਕਿਉਂ ਕੀਤਾ ਜਾ ਰਿਹਾ, ਸਾਰੀ ਗੱਲ ਨੂੰ ਕਿਉਂ ਪੋਲੀਟੀਸ਼ੀਅਨ ਐਕਸਪਲੋਇਟ ਕਰ ਰਿਹਾ, ਕਿਉਂ ਇੰਨਾ ਖੂਨ ਡੁੱਲਿਆ। ਆਪਾਂ ਜੇ ਅਵਤਾਰ ਜੀ ਦੇਖੀਏ ਵੀ ਕਿੰਨੇ ਕਤਲ ਹੋਏ ਆ ਪਾਣੀ ਪਿੱਛੇ। ਜਦੋਂ ਮੈਂ ਲਿਖਦਾ ਰਿਵਰਸ ਔਨ ਫਾਇਰ ਆਪਣੀ ਕਿਤਾਬ ਦਾ ਟਾਈਟਲ ਦਿੱਤਾ ਸੀ, ਉਹ ਇਸੇ ਕਰਕੇ ਹੀ ਦਿੱਤਾ ਸੀ। ਰਿਵਰ ਦਾ ਫਾਇਰ ਤਾਂ ਸੀ ਪਹਿਲਾਂ, ਰਿਵਰ ਔਨ ਫਾਇਰ ਤਾਂ ਗੱਲ ਵੱਖਰੀ ਹੈ। ਹੁਣ ਪਾਣੀਆਂ ਨੂੰ ਅੱਗ ਲੱਗਣੀ ਤੇ ਗੱਲ ਕਿੱਥੇ ਗਈ ਜਾ ਕੇ ਅਲਟੀਮੇਟਲੀ। ਇਹ ਟਾਈਟਲ ਪੰਜਾਬ ਦੀ ਜਿਹੜੀ ਖੂਨੀ ਸਿਆਸਤ ਸੀ ਉਹਨੂੰ ਸਮ ਅਪ ਕਰਦਾ ਹੈ। ਔਰ ਜਿਹੜਾ ਕ੍ਰਿਮੀਨਲ ਰੋਲ ਪਲੇ ਕੀਤਾ ਹੈ ਸਾਡੇ ਪੋਲੀਟੀਕਲ ਕਲਾਸ ਨੇ, ਪੋਲੀਟੀਕਲ ਇਲੀਟ। ਮੈਂ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਬਿਲਕੁਲ। ਮੈਂ ਉੱਥੇ ਪਹੁੰਚ ਗਿਆ ਸਟੇਜ ਤੇ ਆ ਕੇ, ਦੋਵੇਂ ਇੱਕੋ ਜਿਹੇ। ਔਰ ਪੋਲੀਟੀਕਲ ਇਲੀਟ ਦੀ ਕੋਈ ਕਿਤੇ ਕਮਿਟਮੈਂਟ ਨਹੀਂ ਹੁੰਦੀ, ਇਹਨਾਂ ਦਾ ਕੰਮ ਇੱਕੋ ਹੀ ਹੁੰਦਾ। ਸੋ ਇਹ ਉਸੇ ਕੰਮ ਦੇ ਭਾਗੀਦਾਰ ਹੈ। ਪੰਜਾਬ ਇਹਨਾਂ ਦੀ ਪ੍ਰਾਇੋਰਟੀ ਨਹੀਂ ਹੈ। ਮੈਂ ਹੋਰ ਇਹਨਾਂ ਬਾਰੇ ਨਹੀਂ ਕਹਿਣਾ ਚਾਹੂੰਗਾ। ਇੱਕ ਤਾਂ ਤੁਸੀਂ ਇੱਕ ਸ਼ੁਰੂ ਵਿੱਚ 1-2 ਲਫ਼ਜ਼ ਵਰਤੇ ਸੀਗੇ ਕੋਲ ਦੇ ਵੀ ਇੱਕ ਉਹ ਪਾਰਟੀ ਆ ਜਿਨ੍ਹਾਂ ਨੇ ਧੋਖਾ ਦਿੱਤਾ, ਇੱਕ ਉਹ ਪਾਰਟੀ ਜਿਨ੍ਹਾਂ ਨੇ ਗਦਾਰੀ ਕੀਤੀ ਹੈ। ਤੇ ਇਹ ਮੇਰੇ ਖਿਆਲ ਇਹ 2 ਸ਼ਬਦ ਸਾਰਾ ਕੁਝ ਹੀ ਬਹੁਤ ਚੰਗੀ ਤਰ੍ਹਾਂ ਬਿਆਨ ਕਰ ਦਿੰਦੇ ਆ। ਸਾਡੀ ਇੱਕ ਟੀਮ ਦੇ ਮੈਂਬਰ ਨੇ, ਪੰਜਾਬ ਦਰਸ਼ਨ ਦੀ ਟੀਮ ਦੇ ਇੱਕ ਮੈਂਬਰ ਨੇ ਸਵਾਲ ਭੇਜਿਆ ਤੁਹਾਡੇ ਲਈ। ਉਹਦਾ ਇਹ ਸਵਾਲ ਹੈ ਕਿ ਕੀ ਪਾਣੀਆਂ ਦੇ ਮੁੱਦੇ ਤੇ ਹੁਣ ਫਿਰ ਤੋਂ ਪਹਿਲਾਂ ਵਾਂਗ ਰਾਜਨੀਤੀ ਭਖ ਸਕਦੀ ਹੈ, ਭਾਵ ਇਹ ਚੋਣ ਮੁੱਦਾ ਬਣ ਸਕਦਾ ਹੁਣ ਫਿਰ? ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ। ਹੁਣ ਮੁੱਦੇ ਹੋਰ ਇੰਨੇ ਭਾਰੂ ਹੋ ਗਏ ਕਿ ਇਹ ਡੋਮੀਨੇਟ ਨਹੀਂ ਕਰੇਗਾ। ਹੁਣ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਹੈ, ਕਿਸਾਨ ਹੈਗੇ ਹੈ, ਉਹਨਾਂ ਦੇ ਖਾਲੇ ਵਾਹ ਲਏ। ਹੁਣ ਉਹ ਇਸ ਇਸ਼ੂ ਤੇ ਸੰਘਰਸ਼ ਨਹੀਂ ਕਰਨਗੇ। ਪਾਰਟੀਆਂ ਕੋਸ਼ਿਸ਼ ਕਰਦੀਆਂ ਲੇਕਿਨ ਲੋਕਾਂ ਦਾ ਰਿਸਪਾਂਸ ਨਹੀਂ ਹੁੰਦਾ। ਹੁਣ ਵੋਟਾਂ ਇਹਨਾਂ ਗੱਲਾਂ ਤੇ ਨਹੀਂ ਪੈਣਗੀਆਂ। ਅਖੀਰ ਦੇ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ
ਕਿ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਨਹੀਂ, ਮੈਂ ਤੁਹਾਡਾ ਧੰਨਵਾਦੀ ਹਾਂ। ਪੰਜਾਬ ਦਰਸ਼ਨ ਦੇ ਮਾਧਿਅਮ ਰਾਹੀਂ ਤੁਸੀਂ ਬਹੁਤ ਸਾਰੇ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਇਆ ਔਰ ਇੱਕ ਬੜੇ ਯਾਨੀ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਪਾਣੀ ਨੂੰ ਅੱਗ ਲੱਗ ਗਈ ਔਰ ਪਾਣੀ ਸਿਰਫ ਉੱਪਰ ਵਾਲੇ ਪਾਣੀ ਨੂੰ ਨਹੀਂ ਅੱਗ ਲੱਗੀ, ਸਾਡੇ ਤਾਂ ਥੱਲੇ ਵਾਲੇ ਪਾਣੀ ਨੂੰ ਵੀ ਅੱਗ ਲੱਗ ਗਈ, ਉੱਪਰ ਵਾਲੇ ਪਾਣੀ ਨੂੰ ਵੀ ਅੱਗ ਲੱਗ ਗਈ। ਤੇ ਇਹ ਅੱਗ ਬੁਝਾਉਣ ਲਈ ਅਸੀਂ ਕਦੋਂ ਸੋਚਾਂਗੇ ਜਾਂ ਸਾਡੀ ਸਿਆਸਤ ਕਦੋਂ ਸੋਚੂਗੀ, ਸਾਡੇ ਵਿਦਵਾਨ ਕਦੋਂ ਸੋਚਣਗੇ? ਮੇਰਾ ਖਿਆਲ ਹੈ ਵੀ ਤੁਹਾਡੀ ਗੱਲਬਾਤ ਨਾਲ ਇੱਕ ਜਿਵੇਂ ਹੁੰਦਾ ਵੀ ਗੱਲ ਲੋਕਾਂ ਨੂੰ ਟੁੰਬੇਗੀ ਜ਼ਰੂਰ, ਲੋਕ ਇਹ ਸੋਚਣ ਲਈ ਮਜਬੂਰ ਹੋਣਗੇ ਔਰ ਅਸੀਂ ਉਮੀਦ ਕਰ ਸਕਦੇ ਹਾਂ ਵੀ ਅਗਰ ਲੋਕ ਜਾਗ ਜਾਣ, ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਤਾਂ ਸ਼ਾਇਦ ਸਾਡੇ ਸਿਆਸਤ ਵਾਲੇ ਲੋਕ ਵੀ ਇਸ ਪਾਸੇ ਕੋਈ ਕਦੇ ਸੋਚ ਲੈਣਗੇ ਜਾਂ ਸੋਚਣਗੇ। ਤੇ ਇਹਨਾਂ ਗੱਲਾਂ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਅੱਜ ਥੈਂਕ ਯੂ ਅਵਤਾਰ ਜੀ। ਸਾਡੇ ਦੋ ਜਿਨ੍ਹਾਂ ਨੂੰ ਅਸੀਂ ਸਰਪ੍ਰਸਤ ਆਪਣਾ ਮੰਨਿਆ ਹੋਇਆ, ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਕਟਰ ਆਈ.ਟੀ. ਗੌੜ ਜੀ ਤੇ ਦੂਜੇ ਚੰਡੀਗੜ੍ਹ ਤੋਂ ਹੀ ਪ੍ਰੋਫੈਸਰ ਹਰਪਾਲ ਸਿੰਘ ਜੀ, ਜਿਹੜੇ ਸਾਨੂੰ ਸਾਡੀ ਰਹਿਨੁਮਾਈ ਕਰਦੇ ਰਹਿੰਦੇ ਆ ਔਰ ਸਾਨੂੰ ਸੁਜੈਸਟ ਕਰਦੇ ਰਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਕਰਾਓ। ਤੇ ਦੂਜਾ ਅੱਜ ਦੇ ਕੁਝ ਨਵੇਂ ਸਰੋਤੇ ਦਰਸ਼ਕ ਸਰਦਾਰ ਭੁਪਿੰਦਰ ਸਿੰਘ, ਦੀਦਾਰ ਛੇਤਰਾ, ਲਖਵੀਰ ਸਿੰਘ, ਗੁਰਬਚਨ ਸਿੰਘ, ਡਾਕਟਰ ਕੁਲਦੀਪ ਸਿੰਘ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਸੁਮਨਦੀਪ ਸਿੰਘ, ਗੁਰਦਾਸ ਡਡਵਾਲ, ਮਨੋਰੰਜਨ ਕਾਲੀਆ ਤੇ ਹਰਜਿੰਦਰ ਸਿੰਘ ਸੇਖੋਂ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਨੋਟ ਕਰ ਸਕਿਆ ਨਾਲ ਤੇ ਉਹਨਾਂ ਨੇ ਇਹ ਪ੍ਰੋਗਰਾਮ ਦੇਖਿਆ। ਤੇ ਇਹ ਮੈਂ ਇਸ ਕਰਕੇ ਦੱਸ ਰਿਹਾ, ਇਸ ਕਰਕੇ ਨਹੀਂ ਵੀ ਉਹਨਾਂ ਦਾ ਨਾਮ ਬੋਲ ਜਾਵੇ ਜਿਵੇਂ ਰੇਡੀਓ 'ਚ ਨਾਮ ਬੋਲਦੇ ਹੁੰਦੇ ਆ, ਇਸ ਕਰਕੇ ਕਿ ਸਾਡੇ ਲੋਕ ਇਹਨਾਂ ਗੱਲਾਂ ਨਾਲ ਜੁੜਨ ਤੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਤੇ ਫਿਰ ਵੀ ਤੁਹਾਡੇ ਕੋਲ ਭਾਜੀ ਅਸੀਂ ਕੋਈ ਹੋਰ ਇਸ਼ੂ ਲੈ ਕੇ ਵੀ ਕਿਸੇ ਵੇਲੇ ਆਵਾਂਗੇ ਥੋੜੇ ਸਮੇਂ ਵੈਲਕਮ, ਹਮੇਸ਼ਾ। ਤੇ ਤੁਹਾਡਾ ਰਾਈਟ ਹੈ ਅਵਤਾਰ ਜੀ, ਤੁਹਾਡਾ ਰਾਈਟ ਹੈ। ਬਿਲਕੁਲ ਜੀ, ਮੈਨੂੰ ਤਾਂ ਉਹ ਦਿਨ ਯਾਦ ਆ ਗਿਆ ਜਦੋਂ ਤੁਹਾਡੇ ਨਾਲ ਬੈਠ ਕੇ ਬੜੀ ਗਰਮਾ ਗਰਮ ਪੰਜਾਬ ਦੇ ਉੱਤੇ ਡਿਸਕਸ਼ਨ ਹੁੰਦੀ ਸੀ। ਹਾਂਜੀ, ਬਹੁਤ ਹੀ ਮਿਹਰਬਾਨੀ। ਅਖੀਰ ਦੇ ਵਿੱਚ ਮੇਰੇ ਦੋ ਸਹਿਯੋਗੀ ਜਿਹੜੇ ਟੈਕਨੀਕਲ ਉਹ ਸੇਵਾ ਨਿਭਾਉਂਦੇ ਆ, ਹਰਪ੍ਰੀਤ ਤੇ ਪਰਮਿੰਦਰ, ਤੇ ਸਾਡੀ ਟੀਮ ਦੇ ਮੈਂਬਰ ਜਸਕਰਨ, ਹਰਮੀਤ ਕੌਰ, ਕਮਲੇਸ਼ ਪਟਿਆਲੇ ਤੋਂ, ਦਿਲਦਾਰ, ਮਹਿਤਾਬ, ਤੇ ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਾਥ ਨਾਲ ਇਹ ਪ੍ਰੋਗਰਾਮ ਚੱਲ ਰਿਹਾ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਅਵਤਾਰ, ਥੈਂਕ ਯੂ। ਐ ਪੰਜਾਬ ਐ ਪੰਜਾਬ